खुदावंद दे कलाम चो असी ज़करिया नबी दा सहीफा देखांगे, ओहदा पहला बाब ते ओहदी तीसरी आयत खुदावंद दे कलाम चो पढ़ांगे। इसलिए तू उनसे कह, रब्बुल फाज यूं फरमाता है कि तुम मेरी तरफ रुजू हो। रब्बुल फाज का फरमान है, तो मैं तुम्हारी तरफ रुजू होऊंगा, रब्बुल अफवाज फरमाता है। इस आयत दी जिहड़ी एक बड़ी अजीब चीज़ है कि एहदे च 3 वारी रब्बुल फाज दा जिक्र है। मतलब एक कन्फर्मेशन है कि अगर असी खुदा वाल रुजू होवांगे तो खुदा साडे वाल आएगा। 3 वारी रब्बुल फाज खुदा दा जिक्र किया गया और यह चीज़ बड़ी ही इंपॉर्टेंट है, असी खुदावंद वाल रुजू होइए। कोई ऐसी इमारत जिहदे बारे च डिकलेयर हो चुका है कि किसी वक्त भी डिग सकती है। ऐसियां इमारतां तुहानूं पता है अंदरून शहर च पुरानियां है ने, ओहदे उत्ते जिहड़ा ना लोकां दी एंट्री बैन कर दी जाती कि भी यह कोलैप्स कर जाएगी, इहदियां बुनियादां भी हिल चुकियां ने, ਇਹਦੇ ਲੈਂਟਰ ਜਿਹੜੇ ਪਏ ਸਨ ਉਹ ਵੀ ਖਤਮ ਹੋ ਗਏ ਨੇ, ਇਹਦੀਆਂ ਦੀਵਾਰਾਂ ਖਤਮ ਹੋ ਚੁੱਕੀਆਂ ਨੇ, ਇਹਦੇ ਵਿੱਚ ਰਹਿਣਾ ਖਤਰਨਾਕ। ਜਿਹੜੇ ਸਾਡੇ ਪੁਰਾਣੇ ਰੀਤੀ ਰਿਵਾਜ ਸਨ ਨਾ, ਉਹ ਐਸੀ ਇਮਾਰਤ ਦੀ ਤਰ੍ਹਾਂ ਹੀ ਨੇ, ਇਹਨਾਂ ਨੇ ਡਿੱਗਣਾ ਹੀ ਡਿੱਗਣਾ। ਜਿਨ੍ਹਾਂ ਦੀ ਕਈ ਰਸਮਾਂ ਦਾ ਅਸੀਂ ਜ਼ਿਕਰ ਵੀ ਕੀਤਾ ਕਿ ਉਹਨਾਂ ਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਸੀ, ਲੇਕਿਨ ਉਸ ਜ਼ਮਾਨੇ ਦੇ ਲੋਕ ਉਹਨਾਂ ਨੂੰ ਹਕੀਕਤ ਹੀ ਸਮਝਦੇ ਸੀ। ਇੱਕ ਛੋਟੀ ਜਿਹੀ ਜਿਹੜੀ ਗੱਲ ਅਸੀਂ ਕੀਤੀ ਕਿ ਵੀ ਸੱਪ ਲੜ ਗਿਆ ਤੇ ਦਮੂਈ ਲੜ ਗਈ ਹੈ, ਤੇ ਹੁਣ ਉਹ ਬੰਦਾ ਕਹਿ ਰਿਹਾ ਕਿ ਜੀ ਇਹ ਦੁਆ ਨਾਲ ਨਹੀਂ ਹੋਣੀ ਠੀਕ, ਇਹ ਤੁਹਾਨੂੰ ਬਾਬੇ ਹਰਾਂ ਕੋਲ ਜਾ ਕੇ ਦਮ ਕਰਾਉਣਾ ਪਏਗਾ। ਹੁਣ ਇਹਨੂੰ ਤੁਸੀਂ ਕਿਸੇ ਵੀ ਈਮਾਨਦਾਰ ਦੇ ਨਾਲ ਡਿਸਕਸ ਕਰੋਗੇ ਤੇ ਉਹ ਇਹਨੂੰ ਰਿਜੈਕਟ ਕਰੇਗਾ, ਇਸ ਗੱਲ ਨੂੰ ਐਕਸੈਪਟ ਨਹੀਂ ਕਰੇਗਾ ਕਿ ਇਹ ਤਾਂ ਗਲਤ ਗੱਲ ਹੈ। ਦੁਆ ਜਦੋਂ ਅਸੀਂ ਕਰਨੇ ਆ ਦਾ ਮਤਲਬ ਅਸੀਂ ਖੁਦਾ ਨੂੰ ਕਹਿੰਦੇ ਆ ਕਿ ਖੁਦਾਵੰਦ ਇਸ ਮੁਸੀਬਤ ਚੋਂ ਕੱਢ। ਜਦੋਂ ਅਸੀਂ ਦਮ ਕਰਾਉਣ ਜਾ ਰਹੇ ਹਾਂ ਤਾਂ ਮਤਲਬ ਅਸੀਂ ਖੁਦਾ ਨੂੰ ਇੱਕ ਸਾਈਡ ਤੇ ਕਰਕੇ ਤੇ ਅਸੀਂ ਕਹਿ ਰਹੇ ਹਾਂ ਕਿ ਵੀ ਇਹ ਕੰਮ ਖੁਦਾ ਦਾ ਨਹੀਂ ਹੈ, ਇਹ ਕੰਮ ਇਹਦਾ। ਖੁਦਾ ਨੇ ਅਬਰਾਹਮ ਨੂੰ ਕਿਹਾ ਸੀ ਕਿ ਮੇਰੇ ਲਈ ਕਿਹੜੀ ਗੱਲ ਮੁਸ਼ਕਿਲ ਹੈ, ਕੋਈ ਹੈ ਮੁਸ਼ਕਿਲ? ਹੁਣ 100 ਸਾਲ ਦਾ ਬੰਦਾ ਹੈ, ਉਹਨੂੰ ਖੁਦਾ ਕਹਿ ਰਿਹਾ ਕਿ ਮੈਂ ਔਲਾਦ ਦਾਂਗਾ, ਉਹਦੀ ਬੀਵੀ ਵੀ ਐਨੀ ਬਜ਼ੁਰਗ ਹੈ, ਤਸੱਵਰ ਹੀ ਨਹੀਂ ਕਰ ਸਕਦਾ ਕੋਈ। ਲੇਕਿਨ ਖੁਦਾ ਨਾਮੁਮਕਿਨ ਕੰਮਾਂ ਨੂੰ ਮੁਮਕਿਨ ਬਣਾ ਦਿੰਦਾ। ਜਿੰਨੀ ਦੇਰ ਤੱਕ ਅਸੀਂ ਗਲਤ ਨਜ਼ਰੀਆਤ ਚੋਂ ਬਾਹਰ ਨਹੀਂ ਨਾ ਨਿਕਲਾਂਗੇ, ਅਸੀਂ ਖੌਫ ਦੀ ਹਾਲਤ ਚ ਰਹਾਂਗੇ। ਕਿਉਂਕਿ ਇੱਕ ਐਸਾ ਸ਼ਖਸ ਜਿਹੜਾ ਇੱਕ ਐਸੀ ਬਿਲਡਿੰਗ ਚ ਰਹਿ ਰਿਹਾ ਜਿਹੜੀ ਕਿਸੇ ਵਕਤ ਡਿੱਗ ਸਕਦੀ ਹੈ, ਇਹਦਾ ਮਤਲਬ ਹੈ ਕਿ ਉਹਨੇ ਖੁਦ ਆਪਣੇ ਉੱਤੇ ਮੌਤ ਬੁਲਾਈ ਹੋਈ ਹੈ ਕਿ ਵੀ ਮੈਂ ਮਰ ਜਾਵਾਂ, ਕੋਈ ਗੱਲ ਨਹੀਂ, ਮੈਂ ਰਹਿਣਾ ਇੱਥੇ ਹੀ। ਔਰ ਬੇਸ਼ੁਮਾਰ ਲੋਕ ਮਰ ਜਾਂਦੇ ਨੇ, ਹਾਂਜੀ ਦਬ ਜਾਂਦੇ ਨੇ, ਰਾਤ ਨੂੰ ਸੁੱਤੇ ਪਈ ਕੰਧ ਡਿੱਗ ਪਈ ਜਾਂ ਛੱਤ ਡਿੱਗ ਪਈ, ਸਾਰਾ ਟੱਬਰ ਹੀ ਮਰ ਗਿਆ। ਜਾਂ ਤੇ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ ਜਾਂ ਉਹਨਾਂ ਨੂੰ ਦੂਜਿਆਂ ਦੀ ਗੱਲ ਤੇ ਯਕੀਨ ਨਾ ਆਇਆ। ਚੰਦ ਦਿਨ ਪਹਿਲੇ ਸਾਡੇ ਇੱਕ ਪਾਦਰੀ ਸਾਹਿਬ ਨੇ, ਦੋਸਤ ਨੇ, ਉਹਨਾਂ ਦੀ ਘਰ ਦੀ ਛੱਤ ਜਿਹੜੀ ਸੀ ਬਾਲਿਆਂ ਦੀ ਸੀ। ਜਦੋਂ ਉਹਨਾਂ ਨੇ ਖਰੀਦਿਆ ਘਰ ਤੇ ਉਹ ਉਹਦੇ ਪੇਂਟ ਪੂੰਟ ਹੋਇਆ ਹੋਇਆ ਸੀ ਬਾਲਿਆਂ ਦੇ ਉੱਤੇ, ਤੇ ਪੁਰਾਣਾ ਬਣਿਆ ਹੋਇਆ ਸੀ। ਉਹ ਖੁਦ ਵੀ ਇੱਕ ਲੰਬੇ ਅਰਸੇ ਤੋਂ ਉੱਥੇ ਰਹਿ ਰਹੇ ਸਨ, ਲੇਕਿਨ ਉਹ ਬਾਲਿਆਂ ਨੂੰ ਦੀਮਕ ਲੱਗ ਗਈ ਹੋਈ ਸੀ। ਇੱਕ ਤੇ ਹੁੰਦਾ ਨਾ TR, ਬਾਲਿਆਂ ਵਾਲੀ ਛੱਤ ਸੀ ਪੁਰਾਣੀ। ਉਹ ਕਹਿੰਦੇ ਨੇ ਕਿ ਇੱਕ ਦਿਨ ਐਸਾ ਹੋਇਆ ਕਿ ਅਸੀਂ ਬੈਠੇ ਹੋਏ ਸਾਂ ਤੇ ਨਾ ਇੱਕ ਪੀਸ ਡਿੱਗਾ ਲੱਕੜ ਦਾ ਥੱਲੇ, ਤੇ ਜਦੋਂ ਉਹਨੂੰ ਦੇਖਿਆ ਤੇ ਮੇਰਾ ਮੁੰਡਾ ਕਹਿੰਦਾ ਕਿ ਪਾਪਾ ਜੀ ਇਹ ਤੇ ਸਾਰਾ ਇਹਨੂੰ ਦੀਮਕ ਲੱਗ ਗਿਆ ਹੋਇਆ। ਕਹਿੰਦੇ ਸਾਨੂੰ ਥੋੜੀ ਤਸ਼ਵੀਸ਼ ਹੋਈ ਕਿਉਂਕਿ ਉਹ ਪੇਂਟ ਦੇ ਵਿੱਚ ਨਜ਼ਰ ਨਹੀਂ ਸੀ ਆ ਰਿਹਾ। ਕਹਿੰਦੇ ਲੇਕਿਨ ਜਦੋਂ ਅਸੀਂ ਉਹਨੂੰ ਖੁਲਵਾਇਆ ਉਹ ਸਾਰੀ ਛੱਤ ਹੀ ਗਲ ਚੁੱਕੀ ਹੋਈ ਸੀ ਔਰ ਉਹਨੇ ਕਿਸੇ ਟਾਈਮ ਅਚਾਨਕ ਹੀ ਡਿੱਗ ਪੈਣਾ। ਸਾਡੇ ਜਿਹੜੇ ਸਾਰੇ ਪੁਰਾਣੇ ਰਸਮੋ ਰਿਵਾਜ ਨੇ ਉਹ ਸਾਨੂੰ ਐਸੇ ਹੀ ਪਾਸੇ ਲੈ ਕੇ ਜਾਂਦੇ ਨੇ। ਜ਼ਰੂਰ ਹੈ ਕਿ ਅਸੀਂ ਇਸ ਖਤਰਨਾਕ ਬਿਲਡਿੰਗ ਚੋਂ ਬਾਹਰ ਆਈਏ। ਔਰ ਇਹਦੀ ਇੱਕ ਹੋਰ ਵੀ ਮਿਸਾਲ ਅਸੀਂ ਦਿੰਦੇ ਹਾਂ ਅਕਸਰ ਕਿ ਅਗਰ ਸਾਨੂੰ ਇਹ ਪਤਾ ਚੱਲ ਜਾਏ ਕਿ ਵੀ ਸਾਡੇ ਘਰ 'ਚ ਸੱਪ ਆ ਗਿਆ, ਮੇਰਾ ਖਿਆਲ ਹੈ ਕਿ ਅਸੀਂ ਸਾਰੇ ਬਿਸਤਰੇ ਕਰਕੇ ਥੱਲੇ ਸੌ ਜਾਂਗੇ, ਹੈ ਨਾ। ਅਸੀਂ ਸਭ ਤੋਂ ਪਹਿਲੇ ਉੱਤੇ ਬੱਚੇ ਤੋਂ ਉੱਤੇ ਭੱਜ ਕੇ ਚੜਨਗੇ ਤੇ ਜਿਹੜੇ ਵੱਡੇ ਨੇ ਉਹ ਡੰਗ ਸੋਟੇ ਫੜ ਲੈਣਗੇ ਕਿ ਵੀ ਹੁਣ ਸੱਪ ਨੂੰ ਪਹਿਲੇ ਮਾਰੀਏ। ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਗੁਨਾਹ ਆ ਗਿਆ ਹੈ ਅਸੀਂ ਉਹਨੂੰ ਬਿਲਕੁਲ ਖੁੱਲ੍ਹਾ ਹੀ ਛੱਡਿਆ ਹੈ। ਰੁਜੂ ਲਿਆਉਣ ਦਾ ਮਕਸਦ ਕੀ ਹੈ? ਖੁਦਾ ਵੱਲ ਮੁਤਵੱਜਾ ਹੋਣਾ, ਖੁਦਾ ਵੱਲ ਆਪਣੀਆਂ ਰਾਵਾਂ ਨੂੰ ਮੋੜਨਾ। ਜ਼ਬੂਰ ਨਵੀਸ ਕਹਿੰਦਾ ਜ਼ਬੂਰ 119 ਚ ਕਿ ਮੈਂ ਖੁਦਾਵੰਦ ਦੇ ਕਲਾਮ ਤੇ ਧਿਆਨ ਕੀਤਾ ਤੇ ਮੈਂ ਖੁਦਾਵੰਦ ਦੀਆਂ ਰਾਵਾਂ ਵੱਲ ਆਪਣੀਆਂ ਰਾਵਾਂ ਨੂੰ ਮੋੜਿਆ। ਸਾਡੀ ਜੰਗ ਆਪੋਜ਼ਿਟ ਚੱਲ ਰਹੀ ਖੁਦਾ ਨਾਲ, ਅਸੀਂ ਖੁਦਾ ਨੂੰ ਆਪਣੇ ਵੱਲ ਮੋੜ ਰਹੇ। ਇਹਦੀ ਅਸੀਂ ਰੇਸ ਲਾਈ ਹੋਈ ਹੈ, ਦੁਆਵਾਂ ਕਰਾ ਕਰਕੇ ਦੁਆਵਾਂ, ਅਸੀਂ ਖੁਦਾ ਨੂੰ ਆਪਣੇ ਵੱਲ ਖਿੱਚ ਰਹੇ। ਖੁਦਾ ਸਾਡੇ ਵੱਲ ਆ ਜਾਏ। ਉਹ ਕਹਿਣ ਲੱਗੇ ਕਿ ਜੀ ਮਨ ਨਹੀਂ ਡਿੱਗਦਾ ਡੇਲੀ ਸਮਾਨ, ਮਨ ਖਾ ਕੇ ਅਸੀਂ ਤੰਗ ਪੈ ਗਏ, ਮਤਲਬ ਨਾ ਸ਼ੁਕਰੇ ਸਨ। ਖੁਦਾਵੰਦ ਨੇ ਕਿਹਾ ਵੀ ਤੁਹਾਨੂੰ ਮਨ ਨਹੀਂ ਮਿਲੇਗਾ, ਹੋਰ ਤੁਹਾਨੂੰ ਕੁਝ ਨਹੀਂ ਮਿਲਣਾ। ਫਿਰ ਇੱਕ ਟਾਈਮ ਤੇ ਉਹਨਾਂ ਨੇ ਕਿਹਾ ਜੀ ਉੱਥੇ ਅਸੀਂ ਗੋਸ਼ਤ ਖਾਣੇ ਸਾਂ ਹਾਂਡੀਆਂ ਕੋਲ ਬਹਿ ਕੇ ਤੇ ਇੰਜ ਤੇ ਉਂਝ, ਜੋ ਮਿਸਰ ਚੋਂ ਨਿਕਲ ਆਏ। ਖੁਦਾ ਨੇ ਕਿਹਾ ਅੱਛਾ ਵੀ ਅੱਜ ਤੁਹਾਨੂੰ ਬਟੇਰੇ ਖਵਾਵਾਂਗਾ। ਬਟੇਰੇ ਆਏ ਉੱਡਦੇ, ਉਹਨਾਂ ਦੇ ਕੈਂਪਾਂ 'ਚ ਡਿੱਗੇ ਆ ਕੇ ਬਟੇਰੇ। ਔਰ ਉਹ ਬਟੇਰੇ ਕੋਈ 10-15 ਬਟੇਰੇ ਨਹੀਂ ਸਨ, ਉਹ ਲੱਖਾਂ ਦੇ ਹਿਸਾਬ ਨਾਲ ਬਟੇਰੇ ਆਏ ਸਨ। ਜਿਵੇਂ ਮਿਸਰ ਦੇ ਉੱਤੇ ਡੱਡੂ ਆ ਗਏ ਸਨ, ਤੁਹਾਨੂੰ ਯਾਦ ਹੋਏਗਾ ਪੂਰੇ ਮਿਸਰ ਨੂੰ ਉਹਨਾਂ ਨੇ ਲਪੇਟ ਲਿਆ ਸੀ। ਔਰ ਮੈਂ ਸੋਚਣਾ ਕਿ ਉਹ ਕਿੰਨਾ ਖੌਫਨਾਕ ਮੰਜ਼ਰ ਸੀ। ਮੈਂਡਕ ਆ ਜਾਏ ਨਾ ਘਰ 'ਚ ਤੇ ਕਰੀਚ ਖਾਂਦੇ ਨੇ ਲੋਕ, ਉਹ ਕਹਿੰਦੇ ਯਾਰ ਇਹਨੂੰ ਮਾਰੋ, ਯਾਰ ਇਹਨੂੰ ਬਾਹਰ ਕੱਢੋ। ਲੇਕਿਨ ਜਦੋਂ ਮੈਂਡਕ ਹੀ ਮੈਂਡਕ ਹੋ ਜਾਣ, ਮਤਲਬ ਪੈਰ ਰੱਖਣ ਦੀ ਥਾਂ ਨਾ ਹੋਏ, ਬਿਸਤਰਿਆਂ ਦੇ ਉੱਤੇ ਲਿਖਿਆ ਹੋਇਆ ਕਿ ਉਹਨਾਂ ਦੇ ਮੈਂਡਕ ਆ ਗਏ ਸਨ। ਖਾਣਿਆਂ ਦੇ ਵਿੱਚ ਜਿੱਥੇ ਉਹ ਆਟਾ ਗੁੰਨਦੇ ਸਨ ਉਹ ਭਰ ਗਏ ਡੱਡੂਆਂ ਦੇ ਨਾਲ। ਆਟੇ ਵਾਲੇ ਟਰੰਕ 'ਚ ਡੱਡੂ, ਪੱਤੀ ਵਾਲੇ ਡੱਬੇ 'ਚ ਡੱਡੂ, ਦੁੱਧ ਵਾਲੀ ਦੇਚਕੀ 'ਚ ਡੱਡੂ, ਡੱਡੂ ਹੀ ਡੱਡੂ। ਔਰ ਬਾਦਸ਼ਾਹ ਦੇ ਮਹਿਲ 'ਚ ਵੀ ਵੜ ਗਏ। ਤੇ ਉਹ ਜਦੋਂ ਬਟੇਰੇ ਖੁਦਾ ਨੇ ਭੇਜੇ ਤੇ ਉਹ ਵੀ ਇੰਨੀ ਤਾਦਾਦ 'ਚ ਆਏ ਸਨ। ਖਾਓ ਬਈ, ਕਿੰਨੇ ਕੁ ਖਾ ਸਕਦੇ ਹੋ? ਫਿਰ ਵੇਖਣਾ ਵਾ ਤੁਸੀਂ ਅੱਜ ਕਿੰਨਾ ਕੁ ਗੋਸ਼ਤ ਖਾ ਸਕਦੇ। ਅਸੀਂ ਦਾਲ ਨਹੀਂ ਨਾ ਪਸੰਦ ਕਰਦੇ। ਉਹ ਬੱਚੇ ਕਹਿੰਦੇ ਕੀ ਪਕਾ ਲਿਆ ਜੀ, ਅੰਮੀ ਜੀ ਇਹ ਕੀ ਹੈ, ਮੈਂ ਨਹੀਂ ਖਾਣਾ, ਇਹ ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ। ਔਰ ਉਹ ਬਨੀ ਇਸਰਾਇਲ ਵੀ ਆਹੀ ਕਹਿ ਰਹੇ ਸਨ। ਖੁਦਾ ਨੇ ਜਦੋਂ ਬਟੇਰੇ ਭੇਜੇ ਤੇ ਉਹਨਾਂ ਨੇ ਕੀ ਕੀਤਾ, ਉਹ ਇੰਨੇ ਕੁ ਨਦੀਦੇ ਹੋ ਗਏ, ਉਹ ਖੂਨ ਸਮੇਤ ਉਹਨੂੰ ਖਾਣ ਲੱਗੇ ਔਰ ਖੁਦਾ ਦਾ ਅਜ਼ਾਬ ਉਹਨਾਂ ਤੇ ਨਾਜ਼ਲ ਹੋਇਆ। ਸਾਡੇ ਲਈ ਜਿਹੜੀ ਜ਼ਰੂਰੀ ਚੀਜ਼ ਹੈ ਇਹ ਵੇ ਕਿ ਅਸੀਂ ਖੁਦਾ ਵੱਲ
ਆਪਣਾ ਰੁਜੂ ਕਰਨਾ ਹੈ। ਉਹ ਗਲਤ ਚੀਜ਼ਾਂ ਜਿਹੜੀ ਸਾਡੀ ਲਾਈਫ 'ਚ ਆਈਆਂ ਨੇ, ਖੁਦਾਵੰਦ ਦੇ ਨਾਲ ਰੁਜੂ ਹੋਣ ਦਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਲਾਣਾ ਜਿਹੜੀਆਂ ਚੀਜ਼ਾਂ ਸਾਨੂੰ ਖੁਦਾ ਤੋਂ ਦੂਰ ਲੈ ਕੇ ਜਾ ਰਹੀਆਂ। ਇਹਨਾਂ ਚੀਜ਼ਾਂ ਤੇ ਅਸੀਂ ਧਿਆਨ ਨਹੀਂ ਲਾ ਰਹੇ। ਕੱਲ ਵੀ ਅਸੀਂ ਇੱਕ ਇਬਾਰਤ 'ਚ ਤਸਕਰਾ ਕਰ ਰਹੇ ਸਾਂ ਕਿ ਅਗਰ ਕਿਸੇ ਬੰਦੇ ਦੀ ਬਾਂਹ 'ਚ ਛਿਲਤਰ ਵੱਜ ਜਾਏ, ਚੰਗਾ ਬਾਂਸ ਦਾ ਟੋਟਾ ਅੰਦਰ ਚਲਾ ਜਾਏ, ਠੀਕ ਹੈ, ਉਹਨੂੰ ਉੱਤੋਂ ਤੋੜ ਦੇ ਤੇ ਬਾਕੀ ਅੰਦਰ ਹੀ ਰਹਿ ਜਾਏ, ਫਿਰ ਉਹ ਪਾਇਓਡੀਨ ਲਾਏ ਡੇਲੀ ਉਹਦੇ ਤੇ ਕਿ ਵੀ ਇਹ ਜ਼ਖਮ ਭਰ ਜਾਏਗਾ। ਉਹ ਜਿਹੜਾ ਮੂੰਹ ਬਣਿਆ ਹੋਇਆ ਉਹਦੇ ਤੇ ਉਹ ਪਪੜੀ ਬਣ ਜਾਏਗੀ, ਖੁਸ਼ਕ ਹੋ ਜਾਏਗਾ ਉੱਥੋਂ। ਲੇਕਿਨ ਉਹ ਜਿਹੜਾ ਬਾਂਸ ਅੰਦਰ ਚਲਾ ਗਿਆ ਉਹ ਕੀ ਕਰੇਗਾ? ਉੱਥੇ ਹੀ ਪਿਆ ਰਹੇਗਾ? ਨਹੀਂ, ਉਹ ਸਾਰੇ ਆਸੇ ਪਾਸੇ ਦੇ ਗੋਸ਼ਤ ਨੂੰ ਖਰਾਬ ਕਰ ਦੇਗਾ ਔਰ ਉਹਦੇ ਅੰਦਰ ਪੀਪ ਪੈ ਜਾਏਗੀ, ਉਹਦੇ ਅੰਦਰ ਰੇਸ਼ਾ ਪੈ ਜਾਏਗਾ ਔਰ ਉਹ ਤਕਲੀਫ ਦਾ ਬਾਇਸ ਬਣੇਗਾ ਔਰ ਉਹ ਸੋਜ ਪੈਦਾ ਕਰ ਦੇਗਾ। ਸਾਡੇ ਕੋਲ ਦੋ ਰਸਤੇ ਨੇ, ਜਾਂ ਤੇ ਅਸੀਂ ਪਾਇਓਡੀਨ ਹੀ ਲਾਉਂਦੇ ਜਾਈਏ, ਜਾਂ ਅਸੀਂ ਉਹ ਡਾਕਟਰ ਕੋਲ ਜਾਏ ਨੂੰ ਕਹੇ ਜੀ ਇਹਨੂੰ ਕੱਟ ਲਾਓ ਤੇ ਇਹਦੇ ਚੋਂ ਉਹ ਬਾਂਸ ਦਾ ਪੀਸ ਬਾਹਰ ਕੱਢ ਦਿਓ। ਉਹ ਵਕਤੀ ਤਕਲੀਫ ਤੇ ਹੁੰਦੀ ਹੈ, ਲੇਕਿਨ ਬਾਂਸ ਜਦੋਂ ਬਾਹਰ ਨਿਕਲ ਜਾਏਗਾ ਤਾਂ ਥੋੜੇ ਦਿਨਾਂ ਦੇ ਅੰਦਰ ਹੀ ਦਰਦ ਖਤਮ ਹੋ ਜਾਏਗੀ ਔਰ ਉਹ ਤਕਲੀਫ ਜਾਂਦੀ ਰਹੇਗੀ। ਗੁਨਾਹ ਦਾ ਮਾਮਲਾ ਵੀ ਇੰਜ ਦਾ ਹੀ। ਬਾਂਸ ਸਾਡੇ ਅੰਦਰ ਫਸਿਆ ਹੋਇਆ, ਗੁਨਾਹ ਦਾ ਬਾਂਸ, ਛਿਲਤਰਾਂ ਬੜੀਆਂ ਹੋਈਆਂ ਗੁਨਾਹ ਦੀਆਂ। ਕੋਈ ਸ਼ਰਾਬ ਪੀ ਰਿਹਾ, ਕੋਈ ਨਸ਼ਾ ਕਰ ਰਿਹਾ, ਕੋਈ ਸਿਗਰਟ ਪੀ ਰਿਹਾ, ਕੋਈ ਗਾਲਾਂ ਕੱਢ ਰਿਹਾ, ਕੋਈ ਧੋਖਾ ਦੇ ਰਿਹਾ, ਕੋਈ ਰਿਸ਼ਵਤ ਲੈ ਰਿਹਾ। ਇਹ ਸਾਰੀਆਂ ਚੀਜ਼ਾਂ ਗੁਨਾਹ ਦੇ ਨਾਲ ਹੀ ਨੇ। ਕੋਈ ਸੱਸ ਨਾਲ ਲੜ ਰਹੀ, ਕੋਈ ਸੱਸ ਉਹਦੇ ਨਾਲ ਲੜ ਰਹੀ, ਧੱਕਮ ਭੇਲ, ਝੂਠ, ਮਕਾਰੀ, ਅਯਾਰੀ, ਨਫ਼ਰਤ, ਬੁਗਜ਼, ਹਸਦ, ਜਲਣਾ, ਕੁੜਨਾ, ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰ, ਸ਼ੱਕ ਕਰਨਾ, ਇਹ ਸਾਰੀਆਂ ਚੀਜ਼ਾਂ ਗੁਨਾਹ ਦੇ ਜ਼ੁਮਰੇ 'ਚ ਆਉਂਦੀਆਂ। ਔਰ ਜਦੋਂ ਕੋਈ ਸ਼ਖਸ ਗੁਨਾਹ ਦੀ ਹਾਲਤ 'ਚ ਹੁੰਦਾ ਇਹਦਾ ਮਤਲਬ ਹੈ ਕਿ ਉਹ ਗੁਨਾਹ ਜਿਹੜਾ ਉਹਨੂੰ ਖੁਦਾ ਦੇ ਕੋਲ ਜਾਣ ਨਹੀਂ ਦਿੰਦਾ। ਜਿਹੜਾ ਬੰਦਾ ਚੋਰ ਹੋਏਗਾ ਨਾ, ਥਾਣੇ ਦੇ ਅੱਗੋਂ ਨਹੀਂ ਲੰਘਦਾ। ਚੋਰ ਨੂੰ ਤੁਸੀਂ ਕਦੀ ਦੇਖਿਆ ਥਾਣੇ ਦੇ ਅੱਗੋਂ ਲੰਘਦੇ? ਬਲਕਿ ਉਹ ਕਹਿੰਦਾ ਥਾਣਾ ਹੈਗਾ ਯਾਰ, ਇੱਧਰੋਂ ਦੀ ਆ ਜਾ ਪਿਛਲੀ ਗਲੀ, ਕਿਉਂਕਿ ਉਹ ਚੋਰ ਹੈ। ਉਹਨੂੰ ਪਤਾ ਕਿਸੇ ਨੇ ਵੀ ਮੈਨੂੰ ਸਿਆਣ ਲਿਆ ਤੇ ਮੈਨੂੰ ਉਹਨੇ ਫੜ ਲੈਣਾ, ਮੇਰਾ ਤੇ ਪਹਿਲੇ ਨਾਂ ਅੰਦਰ ਲਿਖਿਆ ਹੋਇਆ, ਬੋਤਲ ਸ਼ੋਤਲ ਲਾਈ ਕੋਈ ਚੀਜ਼। ਤੇ ਜਿਹੜਾ ਬੰਦਾ, ਮੈਂ ਕਈ ਵਾਰੀ ਮੁਸਤਫਾਬਾਦ ਥਾਣੇ ਦੇ ਅੱਗੋਂ ਕਈ ਦਫਾ ਇੰਝ ਹੁੰਦਾ, ਡੇਲੀ ਲੰਘੀ ਦਾ, ਸਾਨੂੰ ਕੋਈ ਖੌਫ ਨਹੀਂ, ਕਿਉਂਕਿ ਸਾਡੇ ਤੇ ਕੋਈ ਮੁਕੱਦਮਾ ਨਹੀਂ, ਕੋਈ ਪਰਚਾ ਨਹੀਂ ਹੋਇਆ। ਪੁਲਿਸ ਬੁਲਾਇਆ ਵੀ ਸੀ, ਕਹਾ ਕੀ ਹਾਲ ਹੈ ਭਾਜੀ, ਠੀਕ ਠਾਕ। ਪੁਲਿਸ ਬਲਕਿ ਹਰ ਸੰਡੇ ਆਉਂਦੀ ਹੈ ਇੱਥੇ, ਉਹ ਸਾਨੂੰ ਜਾਣਦੇ ਨੇ, ਕਈ ਵਾਰੀ ਸਲਾਮ ਵੀ ਕਰਦੇ ਨੇ, ਭਾਈ ਸਾਹਿਬ ਕੀ ਹਾਲ ਹੈ, ਠੀਕ ਠਾਕ। ਤੇ ਸਾਡੇ ਉੱਤੇ ਜਦ ਕਲੇਮ ਹੀ ਕੋਈ ਨਹੀਂ ਤੇ ਸਾਨੂੰ ਡਰ ਕਾਹਦਾ? ਤੇ ਜਿਹੜਾ ਬੰਦਾ, ਜਿਹੜਾ ਗੁਨਾਹਗਾਰ ਹੈ, ਉਹ ਤੇ ਖੁਦਾ ਦੇ ਸਾਹਮਣੇ ਜਾਂਦੇ ਡਰਦਾ। ਤੇ ਅਸੀਂ ਰੁਜੂ ਲਿਆਣਾ, ਅਸੀਂ ਖੁਦਾ ਵੱਲ ਮੁਤਵੱਜਾ ਹੋਣਾ ਹੈ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ। ਰੁਜੂ ਲਿਆਉਣ ਦਾ ਮਕਸਦ ਹੈ, ਰੁਜੂ ਲਿਆਉਣ ਦਾ ਮਕਸਦ ਸਿਰਫ ਚਰਚ ਜਾਣਾ ਨਹੀਂ। ਕੁਝ ਲੋਕਾਂ ਦੀ ਸੋਚ ਇਹ ਵੀ ਹੈ ਕਿ ਬਈ ਪਹਿਲੇ ਮੈਂ ਚਰਚ ਨਹੀਂ ਸਾਂ ਜਾਂਦਾ, ਹੁਣ ਮੈਂ ਵੇਖੋ ਭਾਈ ਸਾਹਿਬ ਮੈਂ ਚਰਚ ਵੀ ਆਉਣ ਲੱਗ ਪਿਆ। ਬਈ ਚਰਚ ਤੇ ਤੂੰ ਆਣ ਰਿਹਾ, ਇਹ ਸਮਝ ਲਓ ਕਿ ਪਾਇਓਡੀਨ ਹੀ ਹੈ। ਆਪਣੇ ਗੁਨਾਹਾਂ ਦੇ ਉੱਤੇ ਪਾਇਓਡੀਨ ਲਾਣਾ ਔਰ ਆਪਣੇ ਆਪ ਨੂੰ ਤਸੱਲੀ ਦੇਣਾ ਕਿ ਹੁਣ ਤੂੰ ਚਰਚ ਜਾਣ ਲੱਗ ਪਈ ਹੈ, ਹੁਣ ਤੂੰ ਚਰਚ ਜਾਣ ਲੱਗ ਪਿਆ, ਹੁਣ ਤੂੰ ਬੜਾ ਅੱਛਾ ਹੋ ਗਿਆ। ਖੁਦਾ ਨੂੰ ਅੱਛੇ ਲੋਕ ਨਹੀਂ ਚਾਹੀਦੇ, ਖੁਦਾ ਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਉਹਦੇ ਬੇਟੇ ਯਿਸੂ ਮਸੀਹ ਤੇ ਮੰਨ ਲਿਆ। ਕਿੰਨੀ ਕੁ ਅੱਛਾਈ ਅਸੀਂ ਦਿਖਾ ਲਾਂਗੇ ਖੁਦਾ ਨੂੰ, ਹੈ ਜੀ? ਖੁਦਾ ਦੇ ਮਿਆਰ ਤੇ ਅਸੀਂ ਪੂਰੇ ਉਤਰ ਸਕਨੇ ਆ? ਛੋਟੀ ਜੀ ਮਿਸਾਲ ਹੈ, 10 ਹੁਕਮ ਨੇ ਖੁਦਾ ਦੇ, ਉਹ 10 ਹੁਕਮਾਂ ਤੇ ਨਹੀਂ ਕੋਈ ਪੂਰਾ ਉਤਰ ਸਕਦਾ। ਤੁਸੀਂ ਜ਼ਨਾ ਨਹੀਂ ਕਰੋਗੇ, ਤੁਸੀਂ ਚੋਰੀ ਕਰ ਲੋਗੇ, ਤੁਸੀਂ ਮਾਂ ਦੇ ਨਾਲ ਕੋਈ ਬਦਤਮੀਜ਼ੀ ਕਰ ਲੋਗੇ, ਕੋਈ ਨਾ ਕੋਈ ਐਸਾ ਸਿਲਸਿਲਾ ਹੋ ਜਾਏਗਾ। 9 ਨੂੰ ਪੂਰਾ ਕਰ ਲੋਗੇ, 1 ਚ ਰਹਿ ਜਾਓਗੇ, 8 ਪੂਰੀਆਂ ਕਰ ਲੋਗੇ, 2 ਚ ਰਹਿ ਜਾਓ, ਉਹ 10 ਹੀ ਨਹੀਂ ਪੂਰੇ ਹੁੰਦੇ। ਕਹਿਣ ਦਾ ਮਕਸਦ ਹੈ ਵੇ ਕਿ ਸਾਨੂੰ ਖੁਦਾਵੰਦ ਵੱਲ ਆਉਣ ਦੀ ਜ਼ਰੂਰਤ ਹੈ ਕਿ ਖੁਦਾਵੰਦ ਜਿਹੜਾ ਕੰਮ ਤੂੰ ਸਲੀਬ ਤੇ ਮੇਰੇ ਲਈ ਕਰ ਦਿੱਤਾ ਨਾ, ਮੇਰੀ ਰਿਹਾਈ ਉਹਦੇ ਤੋਂ ਹੀ, ਨਜਾਤ ਮੈਂ ਉਹਦੇ ਥਰੂ ਹੀ ਪਾਣੀ। ਠੀਕ ਹੈ, ਇੱਕ ਮਿਆਰ ਹੈ, ਕੋਈ ਵੀ ਸ਼ਖਸ ਮਿਆਰ ਕਾਇਮ ਕਰ ਲੈਂਦਾ। ਸਪੋਜ਼ ਹੋਂਡਾ ਕੰਪਨੀ ਹੈ, ਤੁਹਾਡੇ ਕੋਲ ਕਿਹੜੀ ਮੋਟਰਸਾਈਕਲ ਹੈ? ਹੋਂਡਾ। ਇਹਦੇ ਲਈ ਇੱਕ ਅਸੂਲ ਮੁਕਰਰ ਕੀਤਾ ਕਿ ਜੀ ਇਹਦੇ 'ਚ ਪੈਟਰੋਲ ਪੈਣਾ। ਠੀਕ ਹੈ, ਪੈਟਰੋਲ ਪਏਗਾ ਤੇ ਇਹ ਚੱਲੇਗੀ, ਅਗਰ ਇਹਦੇ 'ਚ ਪੈਟਰੋਲ ਨਹੀਂ ਪਏਗਾ ਤੇ ਨਹੀਂ। ਸ਼ਾਇਦ ਵੀ ਵੈਸੇ ਬੜਾ ਅੱਛਾ ਹੁੰਦਾ ਅਗਰ ਟੈਂਕੀ ਖੋਲ ਕੇ ਉਹਦੇ ਸ਼ਾਇਦ ਪਾ ਦੇਈ, ਕੋਈ ਬੁਰੀ ਚੀਜ਼ ਤੇ ਨਹੀਂ, ਕਿਉਂ? ਜ਼ਿਆਦਾ ਮਹਿੰਗਾ। ਲੈਗਨੀਜ਼ ਦਾ ਇੰਨਾ ਜਿਹਾ ਸ਼ਾਇਦ ਜਿਹੜਾ ਉਹ 900 ਰੁਪਏ ਦੀ ਪਤਾ ਨਹੀਂ 1000-1200 ਦੀ ਸ਼ੀਸ਼ੀ ਹੋ ਗਈ। ਠੀਕ ਹੈ, ਅਗਰ ਅਸੀਂ ਇਹਦੇ 'ਚ ਪੈਟਰੋਲ ਦੀ ਜਗ੍ਹਾ ਤੇ ਸ਼ਾਇਦ ਪਾ ਦਿੰਨੇ ਆ ਤੇ ਅਸੀਂ ਕਹਿੰਦੇ ਆ ਕਿ ਵੀ ਚਲੋ ਵੀ ਸਟਾਰਟ ਕਰੋ, ਜਿਸ ਤਰ੍ਹਾਂ ਅਸੀਂ ਸਟਾਰਟ ਕਰਨਾ ਉਹਦਾ ਇੰਜਨ ਜਿਹੜਾ ਨਾ ਉਹਨੇ ਚੱਕ ਭਰ ਜਾਣਾ, ਕਿਉਂਕਿ ਅਸੀਂ ਇੱਕ ਗਲਤ ਚੀਜ਼ ਉਹਦੇ 'ਚ ਪਾਤੀ। ਚੀਜ਼ ਤੇ ਅਸੀਂ ਅੱਛੀ ਪਾਈ। ਅਗਰ ਅਸੀਂ ਦੇਗ ਲੈ ਕੇ ਆਏ ਆ ਚਰਚ ਕੇ ਚਲੋ ਗਰੀਬ ਖਾ ਲੈਣ, ਦੇਗ ਕੋਈ ਬੁਰੀ ਚੀਜ਼ ਤੇ ਨਹੀਂ, ਲੋਕ ਖਾਣਗੇ, ਉਹਨਾਂ ਨੂੰ ਭੁੱਖ ਲੱਗੀ ਹੋਏਗੀ, ਜਿਨ੍ਹਾਂ ਨੂੰ ਕੋਈ ਬੋਟੀ ਲੱਭ ਜਾਏਗੀ, ਕੋਈ ਰੋਟੀ ਖਾ ਲੈਣਗੇ, ਮੂੰਹ ਸਲੂਣਾ ਹੋ ਜਾਏਗਾ। ਲੇਕਿਨ ਅਗਰ ਅਸੀਂ ਇਸ ਸੋਚ ਨਾਲ ਦੇਗ ਲਿਆ ਰਹੇ ਹਾਂ ਕਿ ਵੀ ਇਹਦੇ ਨਾਲ ਖੁਦਾ ਸਾਨੂੰ ਪਸੰਦ ਕਰ ਲੇਗਾ, ਤੇ ਅਸੀਂ ਗਲਤ ਸੋਚ ਰਹੇ ਹਾਂ। ਖੁਦਾ ਨੇ ਸਟੈਂਡਰਡ ਮੁਕਰਰ ਕੀਤਾ ਕਿ ਵੀ ਇਹ ਮੇਰਾ ਬੇਟਾ ਹੈ, ਇਹਨੇ ਸਲੀਬ ਤੇ ਤੁਹਾਡੇ ਲਈ ਜਾਨ ਦਿੱਤੀ, ਇਹਦੇ ਤੇ ਮੰਨ ਲਿਆਓ, ਇਹਦੇ ਖੂਨ ਨਾਲ ਆਪਣੇ ਆਪ ਨੂੰ ਧੋ ਲਓ। ਯਿਸੂ ਮਸੀਹ ਨੇ ਕਹਾ ਮੇਰੇ ਵਸੀਲੇ ਦੇ ਬਗੈਰ ਕੋਈ ਬਾਪ ਕੋਲ ਆ ਹੀ ਨਹੀਂ ਸਕਦਾ। ਇਹਦਾ ਮਤਲਬ ਹੈ ਖੁਦਾ ਨੇ ਖੁਦ ਇੱਕ ਮਿਆਰ ਮੁਕਰਰ ਕਰ ਦਿੱਤਾ, ਇਹਦੇ ਤੋਂ ਘੱਟ ਮਿਆਰ ਤੇ ਖੁਦਾ ਨੇ ਖੁਸ਼ ਨਹੀਂ ਹੋਣਾ। ਠੀਕ ਹੈ, ਖੁਦਾ ਨੇ ਮਿਆਰ ਮੁਕਰਰ ਕਰ ਦਿੱਤਾ ਬਨੀ ਨੂੰ ਇਨਸਾਨ ਲਈ ਕਿ ਮੇਰੇ ਬੇਟੇ ਦੇ ਖੂਨ ਬਹਾਏ ਦੇ ਉੱਤੇ ਮੰਨ ਲਿਆਓ, ਉਹਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਮੰਨ ਲਓ, ਉਹਦੇ ਥਰੂ ਮੈਂ ਤੁਹਾਨੂੰ ਮਾਫ ਕਰਨਾ। ਸਾਡੀ ਕੋਈ ਨੇਕੀ ਖੁਦਾ ਨੂੰ ਪਸੰਦ ਨਹੀਂ ਆ ਸਕਦੀ। ਮੈਂ ਹਮੇਸ਼ਾ ਮਿਸਾਲ ਦੇਣਾ, ਇਹ ਬਾਹਰੋਂ ਗਲੀ ਦੇ ਵਿੱਚੋਂ ਨਾ ਮੈਂ ਦਾਇਮ ਨੂੰ ਭੇਜਣਾ, ਜਾ ਦਾਇਮ ਇਹਦੇ 'ਚ ਨਾ ਮਿੱਟੀ ਪਾ ਲਿਆ ਪੁੱਤਰ, ਤੇ ਜੋ ਤੈਨੂੰ ਰੇਤ ਰੂਤ ਨਜ਼ਰ ਆਏ ਨਾ ਤੇ ਯਾਰ ਮੱਲ ਲਈ, ਬਾਹਰ ਵੀ ਤੇ ਅੰਦਰ ਵੀ, ਤੇ ਗਾਰਾ ਵੀ ਕਿਤੇ ਨਜ਼ਰ ਆਏ ਤੇ ਉਹ ਵੀ ਮੱਲ ਲਈ, ਤੇ ਲਿਆ ਕੇ ਨਾ ਇੱਥੇ ਰੱਖ ਦੇ। ਫਿਰ ਮੈਨੂੰ ਕਹਿੰਦਾ ਜਾ ਯਾਰ ਹੁਣ ਇੱਕ ਨੈਸਲੇ ਦੀ ਬੋਤਲ ਲੈ ਕੇ ਆ ਪਾਣੀ ਦੀ। ਹੁਣ ਨੈਸਲੇ ਦਾ ਪਾਣੀ ਤੇ ਸਾਫ਼ ਹੈ, ਗਲਾਸ ਕੀ ਹੈ? ਗਲਾਸ ਗੰਦਾ। ਹੁਣ ਮੈਂ ਤੁਹਾਡੇ ਸਾਹਮਣੇ ਨੈਸਲੇ ਦਾ ਖੋਲਣਾ ਬੋਤਲ ਨੂੰ ਤੇ ਮੈਂ ਗਲਾਸ 'ਚ ਪਾਣਾ, ਮੈਂ ਕਹਿੰਦਾ ਲੋ ਜੀ ਸਨੀ ਭਾਈ। ਸਨੀ ਭਾਈ ਨੇ ਕਹਿਣਾ ਭਾਈ ਸਾਹਿਬ ਕੀ ਕਰਨ ਡੇ ਜੀ, ਇਹ ਪੀਣ ਵਾਲਾ ਪਾਣੀ ਹੈ। ਮੈਂ ਕਹਾਂ ਜੀ ਨੈਸਲੇ ਦਾ ਪਾਣੀ ਪਿਆ ਰਿਹਾ ਤੁਹਾਨੂੰ। ਠੀਕ ਹੈ, ਇਹ ਜਿਹੜੇ ਅਸੀਂ ਫਕੀਰ ਨੂੰ ਪੈਸੇ ਦੇ ਰਹੇ ਹਾਂ ਬੜਾ ਅੱਛਾ ਕੰਮ ਹੈ, ਨੈਸਲੇ ਦਾ ਪਾਣੀ।
ਐਸੀ ਕੋਈ ਲੰਘਦੀ ਵਡੇਰੀ ਔਰਤ ਨੂੰ ਮੋਟਰਸਾਈਕਲ ਤੇ ਬਾ ਕੇ ਉਹਨੂੰ ਸਟਾਪ ਤੇ ਛੱਡ ਆਏ, ਬੜਾ ਚੰਗਾ ਕੰਮ ਕੀਤਾ। ਦੇਗ ਵੀ ਨਸ ਲਈ ਹੈ, ਬੁਰੀ ਚੀਜ਼ ਨਹੀਂ ਹੈ। ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ, ਕਿਸੇ ਗਰੀਬ ਦੀ ਮਦਦ ਕਰ ਰਹੇ ਹਾਂ, ਕਿਸੇ ਦੀ ਫੀਸ ਦੇ ਰਹੇ ਹਾਂ, ਕਿਸੇ ਗਰੀਬ ਬੱਚੀ ਨੂੰ ਅਸੀਂ ਪੜ੍ਹਾ ਰਹੇ ਹਾਂ, ਕਿਸੇ ਗਰੀਬ ਬੱਚੇ ਨੂੰ ਅਸੀਂ ਪੜ੍ਹਾ ਰਹੇ ਹਾਂ, ਕਿਸੇ ਨੂੰ ਨੌਕਰੀ ਤੇ ਲਵਾ ਰਹੇ ਹਾਂ। ਇਹ ਨੇਕੀਆਂ ਨੇ ਸਾਡੀਆਂ। ਲੇਕਿਨ ਅਗਰ ਇਹ ਗੁਨਾਹ ਆਲੂਦ ਜ਼ਿੰਦਗੀ 'ਚ ਆ ਗਈਆਂ ਤੇ ਨੇਕੀਆਂ ਗਾਇਬ ਹੋ ਜਾਣੀਆਂ। ਅਸੀਂ ਖੁਦ ਤੇ ਗੰਦੇ ਆ ਤੇ ਸਾਡੀ ਨੇਕੀ ਕਿਹੜੀ ਚੰਗੀ ਰਹਿ ਜਾਣੀ। ਇਸ ਲਈ ਜ਼ਰੂਰੀ ਕਿ ਅਸੀਂ ਪਹਿਲੇ ਆਪਣੇ ਆਪ ਨੂੰ ਯਿਸੂ ਦੇ ਖੂਨ ਨਾਲ ਧੋਈਏ। ਜਿਵੇਂ ਗਲਾਸ ਨੂੰ, ਇਹੋ ਹੀ ਗਲਾਸ ਫਿਰ ਮੈਂ ਦਾਇਮ ਨੂੰ ਕਹਾਂਗਾ ਜਾ ਵੀ ਜ਼ਰਾ ਦਾਇਮ ਸਿੰਕ ਤੇ ਜਾ ਕੇ ਇਹਨੂੰ ਚੰਗੀ ਤਰ੍ਹਾਂ ਜ਼ਰਾ ਵਿਮ ਬਾਰ ਦੇ ਨਾਲ ਧੋ ਕੇ ਲਿਆ, ਇੰਜ ਲਿਸ਼ਕਦਾ ਹੋਇਆ ਗਲਾਸ। ਫਿਰ ਉਹੀ ਪਾਣੀ ਹੈ ਨੈਸਲੇ ਦਾ। ਫਿਰ ਮੈਂ ਸਨੀ ਭਾਈ ਨੂੰ ਕਹਿਣ ਲੱਗਾ ਲਿਆਓ ਜੀ ਪੀ ਲੈਂਦੇ। ਗਲਾ ਸੁੱਕ ਰਿਹਾ ਸੀ ਮੇਰਾ, ਫਿਰ ਇਹਨਾਂ ਨੇ ਪੀ ਲੈਣਾ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਪਾਣੀ ਵੀ ਕਲੀਅਰ ਹੈ ਤੇ ਗਲਾਸ ਵੀ ਕਲੀਅਰ ਹੈ। ਅਸੀਂ ਕੀ ਕਰਨੇ ਆ? ਅਸੀਂ ਆਪਣੀ ਗੁਨਾਹ ਆਲੂਦ ਜ਼ਿੰਦਗੀ ਦੇ ਵਿੱਚ ਕੁਝ ਨੇਕੀਆਂ ਪਾ ਕੇ ਤੇ ਖੁਦਾ ਦੇ ਜ਼ਰੂਰ ਫਖਰ ਕਰ ਰਹੇ ਹੁੰਦੇ। ਖੁਦਾ ਨੂੰ ਤੇ ਉਤੋਂ ਗੰਦ ਹੀ ਨਜ਼ਰ ਆ ਰਿਹਾ ਹੁੰਦਾ ਕਿ ਵੀ ਇਹ ਮੇਰੇ ਬੇਟੇ ਦੇ ਖੂਨ ਨਾਲ ਤੇ ਧੁੱਲੀ ਨਹੀਂ ਹੋਈ, ਇਹਨੇ ਤਾਂ ਤੋਬਾ ਨਹੀਂ ਕੀਤੀ। ਲਿਖਿਆ ਤੁਸੀਂ ਮੇਰੀ ਤਰਫ ਰੁਜੂ ਹੋ ਤੇ ਮੈਂ ਤੁਹਾਡੇ ਵੱਲ ਰੁਜੂ ਹੋਵਾਂਗਾ। ਖੁਦਾਵੰਦ ਵੱਲ ਰੁਜੂ ਹੋਣ ਦਾ ਮਤਲਬ ਹੈ ਕਿ ਖੁਦਾਵੰਦ ਤੇ ਈਮਾਨ ਲੈਣ ਕਿ ਖੁਦਾਵੰਦ ਅੱਜ ਦੇ ਬਾਅਦ ਮੈਂ ਤੇਰੇ ਨਾਲ ਚੱਲਾਂ। ਜ਼ਿੰਦਗੀ ਦੀ ਸਾਰੀਆਂ ਬਹਾਰਾਂ ਮੈਂ ਦੇਖੀਆਂ ਨੇ, ਸਭ ਊਂਚ ਨੀਚ ਲਾਈਫ 'ਚ ਦੇਖ ਲਈਏ, ਕੀ ਮੈਂ ਪਾਇਆ ਤੇਰੇ ਬਗੈਰ, ਤੇ ਹੁਣ ਮੈਂ ਤੇਰੇ ਨਾਲ ਚੱਲਣਾ। ਠੀਕ ਹੈ ਨਾ? ਕਈ ਲੋਕਾਂ ਦਾ ਇਹ ਖਿਆਲ ਹੈ ਕਿ ਹੁਣ ਯਿਸੂ ਨਾਲ ਟੁਰ ਪਏ ਆ ਤੇ ਹੁਣ ਕੁਝ ਵੀ ਨਹੀਂ ਭੈੜਾ ਹੋਣਾ ਸਾਡੇ ਨਾਲ, ਸਭ ਕੁਝ ਚੰਗਾ ਹੀ ਚੰਗਾ ਹੋਣਾ। ਇਹ ਇੱਕ ਗਲਤ ਸੋਚ ਹੈ। ਖੁਦਾਵੰਦ ਨਾਲ ਚੱਲਦੇ ਹੋਏ ਵੀ ਸਾਡੀ ਜ਼ਿੰਦਗੀ 'ਚ ਔਕਤਾਂ ਰਹਿਣਗੀਆਂ, ਲੇਕਿਨ ਉਹਦੇ 'ਚ ਇੱਕ ਸਾਨੂੰ ਐਜ ਜ਼ਰੂਰ ਹੋਏਗਾ ਕਿ ਖੁਦਾਵੰਦ ਸਾਡੇ ਨਾਲ ਹੈ। ਆਮੀਨ। ਇੱਕ ਐਸੀ ਗੱਲ ਹੈ, ਇੱਕ ਗਲੀ ਦੇ ਵਿੱਚ ਕੁੱਤੇ ਖੜੇ ਨੇ, ਕੁੱਤੇ ਹੀ ਕੁੱਤੇ ਨੇ, ਤੇ ਹੁਣ ਇਹ ਬੱਚਾ ਹੈ ਛੋਟਾ, ਇਹ ਇਕੱਲਾ ਜਾਂਦਾ ਡਰੇਗਾ ਕਿ ਇੰਨੇ ਬੜੇ ਕੁੱਤੇ। ਲੇਕਿਨ ਅਗਰ ਇਹਦਾ ਪਿਓ ਨਾਲ ਹੋਏ ਫਿਰ ਲੰਘ ਜਾਏਗਾ। ਇਹਨੂੰ ਪਤਾ ਯਾਰ ਅੱਬੂ ਨਾਲ ਨੇ, ਅੱਬੂ ਦਾ ਹੋਣਾ ਹੀ ਬੜਾ ਦਲੇਰੀ। ਅਗਰ ਕੋਈ ਖੁਦਾ ਨਾਲ ਚੱਲ ਰਿਹਾ ਤਾਂ ਖੁਦਾ ਸਾਨੂੰ ਚਲਾ ਰਿਹਾ, ਅਸੀਂ ਖੁਦਾ ਨਾਲ ਨਹੀਂ ਚੱਲ ਸਕਦੇ। ਖੁਦਾ ਦੇ ਸਟੈਂਡਰਡਸ ਬਹੁਤ ਹਾਈ ਨੇ। ਯਿਸੂ ਮਸੀਹ ਦੇ ਵਿੱਚ ਅਸੀਂ ਖੁਦਾ ਦੇ ਲਈ ਕਾਬਲੇ ਕਬੂਲ ਹਾਂ। ਯਿਸੂ ਮਸੀਹ ਦੇ ਬਗੈਰ ਅਸੀਂ ਕੁਝ ਵੀ ਨਹੀਂ। ਅਸੀਂ ਮਿੱਟੀ ਹਾਂ। ਤੂੰ ਖਾਕ ਯਾਰ, ਤੂੰ ਖਾਕ ਮੇ ਲੋੜ। ਸਾਡੀ ਔਕਾਤ ਜਿਹੜੀ ਹੈ ਨਾ ਮਿੱਟੀ ਦੀ, ਆ ਜਿਹੜੀ ਮਿੱਟੀ ਕੱਪੜਿਆਂ ਲੱਗ ਜਾਂਦੀ ਤੇ ਅਸੀਂ ਝਾੜਦੇ ਫਿਰਨੇ ਕਿ ਉਹ ਮਿੱਟੀ ਲੱਗ ਗਈ ਮੇਰੇ ਕੱਪੜਿਆਂ ਨੂੰ, ਲੇਕਿਨ ਅਸੀਂ ਹੈ ਹੀ ਮਿੱਟੀ ਹਾਂ। ਮਿੱਟੀ ਤੇ ਮਿੱਟੀ ਲੱਗ ਜਾਏ ਤੇ ਬਰਦਾਸ਼ਤ ਨਹੀਂ ਸੀ ਹੁੰਦੀ, ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ, ਹੈ ਅਸੀਂ ਮਿੱਟੀ ਹਾਂ। ਕਲਾਮ ਦੱਸਦਾ ਕਿ ਖੁਦਾ ਨੇ ਮਿੱਟੀ ਨਾਲ ਸਾਨੂੰ ਬਣਾਇਆ। ਸਾਡੀ ਔਕਾਤ ਖੁਦਾ ਦੇ ਬਗੈਰ ਮਿੱਟੀ ਹੈ। ਲੇਕਿਨ ਅਗਰ ਅਸੀਂ ਉਹਦੇ ਬੇਟੇ ਯਿਸੂ ਨੂੰ ਕਬੂਲ ਕਰ ਲਈਏ ਤਾਂ ਅਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਦੇ ਹਮਰਾਸ ਬਣ ਜਾਂਦੇ। ਕਲਾਮ 'ਚ ਲਿਖਿਆ ਖੁਦਾ ਦੇ ਫਰਜ਼ੰਦ ਤੇ ਮਸੀਹ ਦੇ ਹਮਰਾਸ। ਇਹ ਬੜੀ ਕਮਾਲ ਦੀ ਗੱਲ ਹੈ। ਸਾਡੀ ਨੇਚਰ ਹੀ ਖੁਦਾ ਬਦਲ ਦਿੰਦਾ, ਸਾਡਾ ਸਟੇਟਸ ਹੀ ਬਦਲ ਦਿੰਦਾ, ਸਾਡੇ ਟੋਰ ਹੀ ਬਣ ਜਾਂਦੇ ਨੇ। ਸ਼ੈਤਾਨ ਨੂੰ ਵੀ ਸਮਝ ਆ ਜਾਂਦੀ ਕਿ ਨਹੀਂ ਬਈ ਇਹ ਬੰਦੇ ਨੇ ਤੋਬਾ ਕਰ ਲਈ ਔਰ ਸੱਚੇ ਤੌਰ ਨਾਲ ਖੁਦਾ ਨਾਲ ਟੁਰ ਪਿਆ। ਇਹ ਭੈਣ ਨੇ ਤੋਬਾ ਕਰ ਲਈ, ਇਹ ਟੁਰ ਪਈ ਹੈ ਖੁਦਾ ਦੇ ਨਾਲ। ਮੁਸ਼ਕਿਲਾਂ ਆ ਰਹੀਆਂ, ਪਰੇਸ਼ਾਨੀਆਂ ਆ ਰਹੀਆਂ, ਲੇਕਿਨ ਖੁਦਾਵੰਦ ਨੂੰ ਕੱਢੀ ਜਾ ਰਿਹਾ। दाऊद कहता है बल्कि खा मौत की साए की वादी में से मेरा गुजरो, मैं किसी बला तो नहीं डरना क्योंकि तू मेरे नाल है। ए एहसास ही कमाल दा एहसास है कि मेरे नाल खुदा है। मैं वो गीत असीं गाने मैं नहीं कला, मेरे नाल है खुदा, जो करदे ने बंदगी उन्हां दी सुणे दुआ। ठीक है ना? असीं रुजू लियाना। अगर असीं खुदावंद वाल रुजू लैने आ तो किहड़ी शै है जिहड़ी खुदा सानूं नहीं दे सकदा? कई तुसीं आदे सोचिया कदी यार किहड़ी शै है जिहड़ी खुदा नहीं मैनूं दे सकदा? इस कायनात दा खुदा है, हर एक चीज़ उहदे कंट्रोल च। लिखिआ बादशाह दा दिल जिहड़ा खुदा दे हत्थ च, वो बॉस जिहड़ा सानूं तंग कर रिहा, परेशान कर रहा, खुदा चाहे तो मिंट चो सवेरे आके कहे लै बई उमर तेरा मैं सैलरी पैकेज उत्ते कर दिता। यार कल तो मेरे मुखालफ होया पिया, अज है मेरे नाल बड़ी मुहब्बत नाल गल कर रहा, तो सैलरी भी वधाउण दी गल कर रहा। खुदा कर सकदा। साडे तजर्बे ने इस तरह होया। एक भाई मेरे कोल आया, वो बड़ा परेशान सी, कहंदा भाई साहब मैं नौकरी छड्डण लगा। मैं कहा क्यों? कहंदा जी साडे नाल एक सुपरवाइजर आई है, इंतहाई बदजुबान औरत, कहंदा उन्हें साडे नक च दम कीता होया ते दूजे ते ओहदियां गल्लां सुण रहे ने ते मैं ते कोई नहीं ओहदी सुणनी गल, ते मैं ते छड्डण लगा। मैं उन्होंने बाइबल चो एक आयत सुनाई, और लिखा कि अगर तेरा मालिक तेरे ते जबर करे या तेरे ते किसी किस्म का वो दबाव पाए तो तू अपनी जगह ना छड्ड। उन्हें जो आयत पढ़ी उन्हें कहा जी ये बराह रास्त मेरे हालात नूं साबित करन डई है कि मैं काम नहीं करना जो मैं सोच रहा। मैं कहा यार असीं दुआ करने तो तू जा। अगले दिन जो गया तो उन्होंने पता लगा जी वो बॉस की छुट्टी हो गई, उन्होंने खुदा ने वो पलटी करवाती। वो पता लगा जी उन्होंने फारग ही कर दिता। वो सैट हो गया, सकून हो गया। कहता जी शुक्र है मैं छड्ड नहीं दी कल किते गुस्से च आ गए। कई बार असीं बड़े गलत काम कर जाने, लेकिन अगर खुदावंद साडे नाल है तो सानूं हिकमत देंदा असीं किवें टुरना। मियाँ बीवी दे मैं हमेशा दसना मामला तो वड्डे नहीं हुंदे, छोटे छोटे ही मामला हुंदे ने जिन्हां तों असीं एड्डी वड्डी लड़ाई बना लैंदे, एक दूजे नूं छड्डण मरण तक आ जांदे। छोटियां छोटियां गल्लां ने, अगर असीं खुदावंद च रह के हिकमत नाल उहनां नूं डील कर लईए तो मसला ही कोई नहीं। एक पल दा गुस्सा है, ਉਹਦੇ 'ਚ ਤੁਸੀਂ ਗਲਾਸ ਵੀ ਤੋੜ ਸਕਦੇ ਹੋ, ਸਿਰ 'ਚ ਬੱਲਾ ਵੀ ਮਾਰ ਸਕਦੇ ਹੋ, ਥੋੜੀ ਦੇਰ ਚੁੱਪ ਵੀ ਕਰ ਸਕਦੇ ਹੋ। ਹੈ ਬਾਹਰ ਜਾ ਕੇ ਥੋੜਾ ਜਿਹਾ ਕੋਈ ਇੱਧਰ ਉੱਧਰ ਦੇਖ ਲਓ, ਇੱਕਦਮ ਤੁਹਾਡਾ ਮਾਹੌਲ ਚੇਂਜ ਹੋ ਜਾਏਗਾ। ਮਾਹਿਰ ਨਫਸੀਆਤ ਵੀ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਜੀ ਅਗਰ ਤੁਹਾਨੂੰ ਗੁੱਸਾ ਆਇਆ ਤਾਂ ਆਪਣੀ ਜਗ੍ਹਾ ਛੱਡ ਦਿਓ, ਇੱਥੇ ਲੜਾਈ ਹੋ ਰਹੀ ਨਾ ਬਾਹਰ ਨਿਕਲ ਜਾਓ, 5 ਮਿੰਟ ਦੇ ਬਾਅਦ ਵਾਪਸ ਆਓਗੇ ਤਾਂ ਮਾਹੌਲ ਚੇਂਜ ਹੋਏਗਾ। ਤੁਸੀਂ ਉਹਦੀ ਗੱਲ ਸੁਣਨ ਦੇ ਕਾਬਿਲ ਹੋਗੇ, ਉਹ ਤੁਹਾਡੀ ਗੱਲ ਸੁਣਨ ਦੇ ਕਾਬਿਲ ਹੋਏਗੀ। ਲੇਕਿਨ ਅਸੀਂ ਉੱਥੇ ਹੀ ਸਾਰਾ ਨਿਬੇੜਾ ਕਰਨਾ ਚਾਹੁੰਦੇ ਹਾਂ, ਲੜਾਈ ਝਗੜਾ ਮਾਰ ਕੁਟਾਈ ਗਾਲਾਂ, ਉਹਦੀ ਮਾਂ ਨੂੰ ਬੁਰਾ ਕਹਿ ਰਿਹਾ, ਉਹਦੀ ਭੈਣ ਨੂੰ ਬੁਰਾ ਕਹਿ ਰਿਹਾ, ਉਹਦੇ ਪਿਓ ਨੂੰ ਲਾਮੇ ਦੇ ਰਿਹਾ, ਔਰ ਵਕਤ ਦੇ ਨਾਲ ਨਾਲ ਫਿਰ ਉਹ ਲੜਾਈ ਝਗੜੇ ਵੱਧਦੇ ਜਾਂਦੇ ਨੇ। ਫਿਰ ਉਹ ਆਪਣੇ ਮੀਆਂ ਬੀਵੀ ਜਿਹੜੇ ਨੇ ਉਹ ਆਪਸ 'ਚ ਨਿਬੇੜਾ ਨਹੀਂ ਕਰ ਪਾਉਂਦੇ,
ਫਿਰ ਉਹਨੂੰ ਥਰਡ ਪਾਰਟੀ ਦੀ ਜ਼ਰੂਰਤ ਪੈਂਦੀ, ਤੀਸਰਾ ਬੰਦਾ ਆ ਕੇ ਉਹਨਾਂ ਦੀ, ਫਿਰ ਜਦੋਂ ਉਹ ਲੜਾਈ ਮਜ਼ੀਦ ਵੱਧ ਜਾਂਦੀ ਫਿਰ ਤੀਜਾ ਬੰਦਾ ਕਹਿੰਦਾ ਯਾਰ ਮੈਂ ਤੇ ਸਮਝਾ ਕੇ ਥੱਕ ਗਿਆ, ਹੁਣ ਇੰਜ ਕਰੋਗੇ ਭਾਈ ਤੁਸੀਂ 2-4 ਬੰਦੇ ਹੋਰ ਬੁਲਾਓ। ਉਹ ਪੰਚਾਇਤ ਦੀ ਸ਼ਕਲ ਇਖਤਿਆਰ ਕਰ ਜਾਂਦਾ ਝਗੜਾ ਉਹਨਾਂ ਦਾ। ਰੀਜ਼ਨ ਕੀ ਹੈ ਕਿ ਖੁਦਾਵੰਦ ਚ ਨਹੀਂ ਨੇ। ਅਗਰ ਉਹ ਖੁਦਾਵੰਦ ਚ ਹੋਣ ਤੇ ਇੱਕ ਦੂਜੇ ਦੀ ਬਰਦਾਸ਼ਤ ਕਰਨ, ਅਗਰ ਉਹ ਖੁਦਾਵੰਦ ਚ ਹੋਣ ਤੇ ਇੱਕ ਦੂਜੇ ਦੀ ਸੁਣ ਲੈਣ, ਕੋਈ ਗੱਲ ਨਹੀਂ ਵੀ ਆ ਮੇਰੀ ਬੀਵੀ ਕੱਪੜੇ ਵੀ ਮੇਰੇ ਧੋਂਦੀ ਹੈ, ਮੇਰੇ ਲਈ ਖਾਣਾ ਵੀ ਬਣਾਉਂਦੀ ਹੈ, ਮੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ, ਇਹਨੇ ਕੋੜੀ ਗੱਲ ਕਰ ਲਈ ਮੈਂ ਬਰਦਾਸ਼ਤ ਕਰ ਲੈਂਦਾ, ਮੇਰਾ ਬੰਦਾ ਇੰਨੀ ਮਿਹਨਤ ਕਰਦਾ ਜਾਂਦਾ ਪੈਸੇ ਕਮਾ ਕੇ ਲਿਆਂਦਾ, ਉਹਦੀ ਵਜ੍ਹਾ ਤੋਂ ਤਾਂ ਸਾਰਾ ਘਰ ਚੱਲਣ ਡਿਆ, ਤੇ ਅੱਜ ਉਹਨੇ ਕੋਈ ਮੇਰੇ ਨਾਲ ਸਖਤ ਗੱਲ ਕਰ ਦਿੱਤੀ ਤੇ ਮੈਂ ਬਰਦਾਸ਼ਤ ਕਰ ਲਾਂ, ਕੋਈ ਗੱਲ। ਜਦੋਂ ਉਹਦਾ ਥੋੜਾ ਜਿਹਾ ਪਾਰਾ ਡਾਊਨ ਹੋਏ ਤੇ ਫਿਰ ਉਹਨੂੰ ਸਮਝਾਓਗੇ ਤੁਸੀਂ ਤਾਂ ਕਦੀ ਨਹੀਂ ਇੰਜ ਕੀਤਾ, ਤੁਹਾਨੂੰ ਅੱਜ ਕੀ ਹੋ ਗਿਆ ਸੀ, ਫਿਰ ਉਹ ਕਹੇਗਾ ਸੌਰੀ ਵੀ ਭਲੀਏ ਲੋਕਾਂ ਮੈਨੂੰ ਮਾਫ ਕਰ, ਗਲਤੀ ਹੋ ਗਈ। ਇੰਜ ਅਸੀਂ ਨਹੀਂ ਚੱਲਦੇ। ਅਸੀਂ ਕਹਿੰਦੇ ਆ ਨਹੀਂ ਬਈ ਤੂੰ ਮੈਨੂੰ ਆ ਗੱਲ ਕੀਤੀ ਕਿਉਂ ਹੈ, ਤੇਰੀ ਮਾਂ ਵੀ ਮੈਨੂੰ ਲਾ ਕੇ ਗੱਲਾਂ ਕਰਦੀ ਹੈ ਤੇ ਤੇਰੀ ਭੈਣਾਂ ਵੀ ਆਂਦੀਆਂ ਤੇ ਉਹ ਗੱਲਾਂ ਕਰਦੀ। ਉਹ ਕਹਿੰਦਾ ਵੀ ਮੈਂ ਤੇ ਇੱਕ ਗੱਲ ਕਰਕੇ ਫਸ ਗਿਆ ਇਹਨਾਂ ਤੇ ਸਾਰੀਆਂ ਹੀ ਫਾਈਲਾਂ ਖੋਲ ਦਿੱਤੀਆਂ। ਖੁਦਾਵੰਦ ਚ ਹੋਣਾ ਬੜਾ ਜ਼ਰੂਰੀ ਹੈ। ਤੇ ਕਲਾਮ ਸਾਨੂੰ ਦੱਸਦਾ ਕਿ ਅਸੀਂ ਖੁਦਾਵੰਦ ਵੱਲ ਰੁਜੂ ਹੋਣਾ। ਜੇ ਤੁਸੀਂ ਖੁਦਾਵੰਦ ਵੱਲ ਰੁਜੂ ਹੋਵਾਂਗੇ ਨਾ, ਇਹਦਾ ਮਤਲਬ ਹੈ ਕਿ ਅਸੀਂ ਕਾਇਨਾਤ ਦੇ ਮਾਲਕ ਵੱਲ ਆਪਣਾ ਮੂੰਹ ਕੀਤਾ, ਤੇ ਜਦੋਂ ਅਸੀਂ ਖੁਦਾਵੰਦ ਦੇ ਹਜ਼ੂਰ ਆਪਣੇ ਆਪ ਨੂੰ ਝੁਕਾ ਲਿਆ ਔਰ ਉਸ ਤਰੀਕੇ ਨੂੰ ਅਪਣਾ ਲਿਆ ਜਿਹੜਾ ਖੁਦਾ ਚਾਹੁੰਦਾ ਕਿ ਅਸੀਂ ਕਰੀਏ। ਅਸੀਂ ਆਪਣੇ ਬੇਟੇ ਤੋਂ ਕੀ ਤਵੱਕੋ ਕਰ ਰਹੇ ਹਾਂ? ਦਾਇਮ ਹੀ ਚਲੋ ਇੱਥੇ ਛੋਟਾ ਇਹਦਾ ਨਾਂ ਆ ਰਿਹਾ ਬਾਰ-ਬਾਰ, ਇਹ ਸਭ ਤੋਂ ਛੋਟਾ ਹੈ, ਇਹ ਬੱਚਾ ਹੈ। ਸਨੀ ਭਾਈ ਦੀ ਖਾਹਿਸ਼ ਹੈ ਕਿ ਵੀ ਜੋ ਮੈਨੂੰ ਕਹਿਣਾ ਸੁਣੇ, ਕਿ ਇਹਨਾਂ ਦੀ ਇਹ ਖਾਹਿਸ਼ ਹੈ ਕਿ ਜੋ ਦਾਇਮ ਮੈਨੂੰ ਕਹੇਗਾ ਮੈਂ ਉਹੀ ਕਰਾਂਗਾ। ਬੇਟਾ ਬਸ ਤੂੰ ਮੈਨੂੰ ਹੁਕਮ ਆਰਡਰ ਲਾਈ ਜਾ, ਜੋ ਤੂੰ ਕਹੇਗਾ ਮੈਂ ਉਹੀ ਕਰ ਜਾਵਾਂਗਾ। ਇਹ ਕਹਿਣਗੇ ਭਾਈ ਅੱਬਾ ਤੇਰਾ ਮੈਂ ਵਾਂ, ਤੂੰ ਮੇਰਾ ਅੱਬਾ ਨਹੀਂ, ਤੂੰ ਮੇਰਾ ਪੁੱਤਰ ਹੈ, ਪੁੱਤਰ ਹੀ ਬਣ, ਮੇਰਾ ਅੱਬਾ ਨਾ ਬਣ। ਅਸੀਂ ਖੁਦਾ ਤੋਂ ਵੀ ਉੱਤੇ ਜਾ ਰਹੇ ਹਾਂ, ਅਸੀਂ ਖੁਦਾ ਨਾਲ ਇਹੋ ਹੀ ਕਰ ਰਹੇ ਹਾਂ। ਅਸੀਂ ਉਹਦੇ ਫਰਜ਼ੰਦਾਂ, ਅਸੀਂ ਉਹਦੇ ਬੇਟੇ ਔਰ ਬੇਟੀਆਂ ਵਾਂ, ਅਸੀਂ ਉਹਦੇ ਹੱਥ ਦੀ ਕਾਰਾਗਰੀ ਹਾਂ। ਉਹਨੇ ਸਾਨੂੰ ਬਣਾਇਆ, ਅਸੀਂ ਨਹੀਂ ਖੁਦਾ ਨੂੰ ਬਣਾਇਆ। ਤੇ ਸਾਨੂੰ ਖੁਦਾ ਦੀ ਗੱਲ ਮੰਨਣੀ ਚਾਹੀਦੀ ਤੇ ਖੁਦਾ ਨੂੰ ਸਾਡੀ ਗੱਲ ਮੰਨਣੀ ਚਾਹੀਦੀ। ਖੁਦਾ ਫਿਰ ਵੀ ਸਾਨੂੰ ਆਪਸ਼ਨ ਦਿੰਦਾ ਹੈ, ਵੱਡਾ ਮਿਹਰਬਾਨ ਬਾਪ ਹੈ। ਉਹ ਕਹਿੰਦਾ ਕਿ ਤੂੰ ਮੇਰੇ ਕੋਲ ਮੰਗ ਮੈਂ ਤੈਨੂੰ ਦਾਂਗਾ। ਇਹਨਾਂ ਨੇ ਵੀ ਆਪਣੇ ਬੇਟੇ ਨੂੰ ਆਪਸ਼ਨ ਦਿੱਤੀ ਹੋਈ ਹੈ ਕਿ ਵੀ ਤੂੰ ਮੇਰੇ ਕੋਲ ਮੰਗ। ਇਹ ਕੁਝ ਵੀ ਕਹਿ ਸਕਦਾ ਆਪਣੇ ਅੱਬੂ ਨੂੰ ਕਿ ਅੱਬੂ ਮੈਂ ਨਾ ਲੈ ਲਾਂ, ਲੇਕਿਨ ਉਹਦੇ ਬਾਅਦ ਫਿਰ ਅੱਬੂ ਕੋਲ ਆਪਸ਼ਨ ਹੈ ਕਿ ਨਹੀਂ ਬੇਟਾ ਤੇਰੇ ਲਈ ਸਹੀ ਨਹੀਂ, ਹਾਂ ਤੈਨੂੰ ਮੈਂ ਲੈ ਦਾਂਗਾ ਜਦੋਂ ਤੂੰ ਹੋਏਗਾ 18 ਸਾਲ ਦਾ, ਜੋ ਤੇਰਾ ਸ਼ਨਾਖਤੀ ਕਾਰਡ ਬਣ ਜਾਏਗਾ ਫਿਰ ਮੈਂ ਤੈਨੂੰ ਲੈ ਕੇ ਦਾਂਗਾ। ਇਹ ਕਹੇਗਾ ਠੀਕ ਹੈ। ਸਮਝ ਆਈ ਤੁਹਾਨੂੰ ਗੱਲ? ਐਸੇ ਤਰ੍ਹਾਂ ਕੁਝ ਚੀਜ਼ਾਂ ਖੁਦਾ ਸਾਨੂੰ ਨਹੀਂ ਦੇ ਰਿਹਾ ਹੁੰਦਾ। ਕਿਉਂ ਨਹੀਂ ਦੇ ਰਿਹਾ ਹੁੰਦਾ? ਕਿਉਂਕਿ ਉਹ ਸਾਡੇ ਲਈ ਉਸ ਵੇਲੇ ਹੁੰਦੀਆਂ ਨਹੀਂ, ਸਾਡੀ ਜ਼ਰੂਰਤ ਨਹੀਂ ਹੁੰਦੀਆਂ। ਸਾਨੂੰ ਐਵੇਂ ਲੱਗਦਾ ਫਲਾਣੇ ਕੋਲ ਆ ਗਈ ਆ, ਮੇਰੇ ਕੋਲ ਕਿਉਂ ਨਹੀਂ ਆਈ, ਸਾਡੇ ਲਈ ਜ਼ਰੂਰਤ ਹੁੰਦੀ ਨਹੀਂ। ਤੇ ਜਦੋਂ ਅਸੀਂ ਖੁਦਾਵੰਦ ਦੇ ਵਿੱਚ ਹੁੰਦੇ ਆ ਨਾ, ਸਾਨੂੰ ਬੜੀਆਂ ਚੀਜ਼ਾਂ ਦੀ ਸਮਝ ਆ ਜਾਂਦੀ, ਅਕਲ ਖੁੱਲ ਜਾਂਦੀ ਸਾਡੀ। ਖੁਦਾ ਦੇ ਬਗੈਰ ਅਕਲ ਬੰਦ ਹੀ ਰਹਿੰਦੀ, ਸਮਝ ਨਹੀਂ ਆਉਂਦੀ ਜ਼ਿੰਦਗੀ ਕੀ ਹੈ। ਔਰ ਲੋਕਾਂ ਨੂੰ ਅਸੀਂ ਬੜੇ ਬੜੇ ਅਜੀਬੋ ਗਰੀਬ ਹਾਲਾਤ 'ਚ ਦੇਖਿਆ, ਖੁਦਾ ਉਹਨਾਂ ਦੇ ਨਾਲ ਨਹੀਂ। ਲੇਕਿਨ ਜਦੋਂ ਖੁਦਾ ਸਾਡੇ ਨਾਲ ਹੁੰਦਾ ਸਾਨੂੰ ਇੱਕ ਉਮੀਦ ਦਿੰਦਾ। ਜਿਹੜੇ ਬੰਦੇ ਨਾਲ ਖੁਦਾ ਹੈ ਨਾ, ਉਹਦੀ ਉਮੀਦ ਬਣੀ ਰਹਿੰਦੀ, ਕੋਈ ਨਹੀਂ ਯਾਰ ਮੇਰੇ ਨਾਲ ਖੁਦਾ ਹੈ, ਖੁਦਾ ਮੈਨੂੰ ਰਹਿਣ ਨਹੀਂ ਦੇਗਾ, ਖੁਦਾ ਮੇਰਾ ਸਭ ਕੰਮ ਸਿੱਧਾ ਕਰੇਗਾ, ਖੁਦਾ ਮੈਨੂੰ ਸੰਭਾਲੇਗਾ। ਤੇ ਜਿਹਦੇ ਕੋਲ ਖੁਦਾ ਨਹੀਂ, ਉਹ ਮਾਯੂਸ ਆਦਮੀ ਹੈ, ਉਹ ਨਾ ਉਮੀਦ ਹੈ, ਹਿੰਮਤ ਹਾਰ ਜਾਂਦਾ, ਉਹ ਡੁੱਟ ਕੇ ਪੈਂਦਾ ਗੱਲ ਲੋਕਾਂ ਦੇ, ਕਿਉਂਕਿ ਉਹ ਅੰਦਰੋਂ ਸੜਿਆ ਪਿਆ, ਉਹ ਆਵਾਜ਼ਾਰ ਹੈ, ਉਹ ਨਾ ਉਮੀਦ ਹੋ ਚੁੱਕਿਆ। ਉਹ ਹਮੇਸ਼ਾ ਤੁਹਾਨੂੰ ਮਰਨ ਮਰਾਨ ਦੀਆਂ ਗੱਲਾਂ ਕਰੇਗਾ। ਉਹ ਮੈਂ ਤੇ ਮਾਰੀ ਜਾਵਾਂ ਤੇ ਚੰਗਾ, ਉਹ ਮੈਂ ਤੇ ਮਾਰੀ ਜਾਵਾਂ ਤੇ ਚੰਗਾ, ਉਹਦਾ ਫੇਵਰਟ ਜੁਮਲਾ ਹੁੰਦਾ, ਮੈਂ ਤੇ ਖਤਮ ਹੀ ਹੋ ਜਾ। ਇਸ ਤਰ੍ਹਾਂ ਅਸੀਂ ਕਹਿੰਦੇ ਆ ਨਾ, ਕਿਸ ਸ਼ਖਸ ਦੇ ਅਲਫਾਜ਼ ਨੇ ਜਿਹੜਾ ਨਾ ਉਮੀਦ ਹੈ, ਜਿਹੜਾ ਬਾਗੀਆਨਾ ਸੋਚ ਰੱਖਦਾ ਆਪਣੇ। ਜ਼ਿੰਦਗੀ ਤੇ ਇੱਕ ਬੜੀ ਅਨਮੋਲ ਚੀਜ਼ ਹੈ, ਜ਼ਿੰਦਗੀ ਤੇ ਬੜੀ ਅਨਮੋਲ ਚੀਜ਼। ਮੈਂ ਤੇ ਐਸੇ ਲੋਕਾਂ ਦੇ ਨਾਲ ਰਾਤਾਂ ਕੱਟੀਆਂ ਨੇ ਜਿਹੜੇ ਵੈਂਟੀਲੇਟਰ ਤੇ ਨੇ, ਉਹਨਾਂ ਦੇ ਘਰ ਵਾਲੇ ਕਹਿ ਰਹੇ ਨੇ ਕਿ ਅੱਬਾ ਇੱਕ ਗੱਲ ਕਰ ਲੈ ਸਾਡੇ ਨਾਲ, ਆਪਣਾ ਇੱਕ ਸਾਹ ਲੈ ਲਾ। ਮੈਂ ਜਿਨ੍ਹਾਂ ਨੂੰ ਆਕਸੀਜਨ ਲੱਗੀ ਹੋਈ, ਤੁਸੀਂ ਦੇਖੋ ਕਿੰਜ ਉਹ ਅਗਲੇ ਸਾਹ ਲਈ ਲੜਨ ਡੇ ਨੇ ਕਿ ਅਗਲਾ ਸਾਹ ਮੈਨੂੰ ਆ ਜਾ। ਤੇ ਜਿਹੜੇ ਅਸੀਂ ਸਾਹ ਲੈ ਰਹੇ ਹਾਂ, ਅਸੀਂ ਵੇਖ ਰਹੇ ਹਾਂ, ਅਸੀਂ ਸੁਣ ਰਹੇ ਹਾਂ, ਅਸੀਂ ਬੋਲ ਰਹੇ ਹਾਂ, ਅਸੀਂ ਚੱਬ ਰਹੇ ਹਾਂ, ਅਸੀਂ ਹਜ਼ਮ ਕਰ ਰਹੇ ਹਾਂ, ਸਭ ਕੁਝ ਸਾਡੀ ਲਾਈਫ 'ਚ ਠੀਕ ਚੱਲ ਰਿਹਾ, ਫਿਰ ਵੀ ਅਸੀਂ ਨਾ ਸ਼ੁਕਰ ਹਾਂ। ਅਸੀਂ ਕਹਿ ਰਹੇ ਸੀ ਮਰ ਜਾਈਏ। ਜਿਹੜੇ ਮਰਨ ਡੇ ਨੇ ਉਹ ਕਹਿ ਰਹੇ ਅਸੀਂ ਬਚ ਜਾਈਏ। ਜਿਹਨੂੰ ਨੌਕਰੀ ਮਿਲ ਗਈ ਉਹ ਕਹਿੰਦਾ ਕੀ ਸਿਆਪਾ ਡੇਲੀ ਜਾਣਾ ਪੈਂਦਾ, ਜਿਹਨੂੰ ਨਹੀਂ ਮਿਲੀ ਕਹਿੰਦਾ ਭਾਈ ਸਾਹਿਬ ਦੁਆ ਕਰੋ ਮੈਨੂੰ ਮਿਲ ਜਾ। ਇਹਦਾ ਮਤਲਬ ਹੈ ਕਿਸੇ ਵੀ ਹਾਲ 'ਚ ਖੁਸ਼ ਨਹੀਂ। ਜਿਨ੍ਹਾਂ ਦੇ ਬੱਚੇ ਨਹੀਂ ਹੋ ਰਹੇ ਉਹ ਕਹਿ ਰਹੇ ਸਾਡੇ ਬੱਚੇ, ਜਿਨ੍ਹਾਂ ਦੇ ਹੋ ਗਏ ਉਹ ਕਹਿੰਦੇ ਕੀ ਸਿਆਪਾ ਜਾਨ ਹੀ ਹਿਸਾਬ 'ਚ ਪਾਤੀ। ਤੇ ਖੁਸ਼ ਕੌਣ ਹੈ ਫਿਰ? ਬੱਚਿਆਂ ਵਾਲੇ ਵੀ ਨਾ ਖੁਸ਼, ਤੇ ਜਿਹੜੇ ਜਿਨ੍ਹਾਂ ਦੇ ਬੱਚੇ ਨਹੀਂ ਹੋ ਵੀ ਨਾ ਖੁਸ਼। ਤੇ ਖੁਸ਼ ਕੌਣ ਹੈ? ਖੁਸ਼ ਹੋਵੇ ਜਿਹੜਾ ਖੁਦਾਵੰਦ 'ਚ, ਉਹ ਹਰ ਹਾਲ 'ਚ ਖੁਸ਼ ਰਹਿੰਦਾ। ਆਮੀਨ। ਖੁਦਾਵੰਦ ਦੀ ਸਤਾਇਸ਼ ਕਰਦਾ। ਉਹ ਕਹਿੰਦਾ ਕਿ ਵੀ ਭਾਵੇਂ ਮੇਰੇ ਕੋਲ ਕੁਝ ਹੈ ਜਾਂ ਕੁਝ ਨਹੀਂ ਹੈ, ਮੇਰੇ ਕੋਲ ਖੁਦਾ ਤੇ ਹੈ। ਮੇਰੇ ਨਾਲ ਸਭ ਨਾਲੋਂ ਵੱਡੀ ਚੀਜ਼ ਹੀ ਮੇਰਾ ਖੁਦਾਵੰਦ। ਮੈਂ ਕਹਿੰਦਾ ਕਿ ਬਈ ਤੁਹਾਨੂੰ ਅਗਰ ਕੋਈ ਸ਼ਖਸ ਕਹੇ ਕਿ ਜੀ ਇਹ 5 ਕਰੋੜ ਰੁਪਇਆ ਫੜੋ, ਇਹ ਇੱਧਰ ਯਿਸੂ ਖੜਾ ਹੋਏ, ਤੁਸੀਂ ਕਹੋਗੇ ਯਾਰ ਅੱਗ ਲਾਓ ਨੋਟਾਂ ਨੂੰ, ਇਹ 5 ਕਰੋੜ ਕੀ ਹੈ, ਮੇਰਾ ਯਿਸੂ ਮੇਰੇ ਸਾਹਮਣੇ ਖੜਾ ਹੈ ਨਾ। ਮੈਂ ਹਮੇਸ਼ਾ ਲੋਕਾਂ ਨੂੰ ਮੈਂ ਕਹਿੰਦਾ, ਚਰਚ ਵਿੱਚ ਜਦੋਂ ਆਉਂਦੇ ਨੇ ਨਾ, ਖੁਦਾ ਦੀ ਹਜ਼ੂਰੀ ਜੋ ਛਾਂਦੀ, ਮੈਂ ਲੋਕਾਂ ਦੇ ਚਿਹਰੇ ਦੇਖਣਾ, ਹਾਂਜੀ ਖੁਸ਼ੀ ਉਹਨਾਂ ਦੇ ਚਿਹਰੇ 'ਚ ਆ ਰਹੀ ਹੁੰਦੀ, ਕਿਉਂਕਿ ਉਹਨਾਂ ਨੂੰ ਖੁਦਾ ਦੀ ਬਰਕਤ ਮਿਲ ਰਹੀ ਹੁੰਦੀ ਹੈ। ਕੋਈ ਹੱਸ ਰਿਹਾ, ਕੋਈ ਰੋ ਰਿਹਾ, ਕਿਸੇ ਨੂੰ ਇੰਝ ਲੱਗ ਰਿਹਾ ਕਿ ਮੈਂ ਆਪਣੇ ਦਿਲ ਦੀ ਹਰ ਗੱਲ ਖੁਦਾਵੰਦ ਨੂੰ ਦੱਸਦਾ। ਸਿਰਫ ਹਲਕਾ ਜਿਹਾ ਇੱਕ ਲਸ਼ਕਾਰਾ ਆਉਂਦਾ ਖੁਦਾ ਦੀ ਹਜ਼ੂਰੀ ਦਾ, ਤੇ ਅਸੀਂ ਕਿੰਨੇ ਈਜ਼ੀ ਹੋ ਜਾਂਦੇ ਹਾਂ। ਤੇ ਜਦੋਂ ਬਰਾਹ ਰਾਸਤ ਅਸੀਂ ਖੁਦਾਵੰਦ ਨੂੰ ਦੇਖਾਂਗੇ ਤੇ ਫਿਰ ਸਾਡੀ ਖੁਸ਼ੀ ਕੀ ਹੈ। ਇੱਕ ਮੁੰਡਾ ਮੈਨੂੰ ਕਹਿੰਦਾ ਭਾਈ ਸਾਹਿਬ ਉੱਤੇ ਤਾਂ ਬੜੀ ਬੋਰੀਅਤ ਹੋਣੀ, ਮੈਂ ਗੀਤ ਹੀ ਗਾਣੇ ਨੇ। ਕਹਿੰਦਾ ਕਲਾਮ 'ਚ ਲਿਖਿਆ ਉੱਤੇ ਵਰਸ਼ਿਪ ਹੀ ਹੋਏਗੀ। ਉਹ ਮੈਂ ਕਿਹਾ ਖੁਦਾ ਦਿਆ ਬੰਦਿਆ, ਜਦੋਂ ਇੱਥੇ ਖੁਦਾ ਦੀ ਹਜ਼ੂਰੀ ਆਉਂਦੀ ਤੇਰਾ ਦਿਲ ਕਰਦਾ ਕਿ ਗੀਤ ਬੰਦ ਹੋਣ? ਕਹਿੰਦਾ ਜੀ ਨਹੀਂ। ਇੱਥੇ ਹੁੰਦਾ ਨਾ ਕਈ ਵਾਰੀ ਗੀਤ ਵੱਧਦੇ ਹੀ ਜਾਂਦੇ ਨੇ। ਇੱਕ ਜਗ੍ਹਾ ਤੇ ਅਸੀਂ ਗਏ, ਉੱਥੇ ਬੜੀ ਖੁਦਾ ਦੀ ਹਜ਼ੂਰੀ ਆ ਗਈ, ਇਸ ਤਰ੍ਹਾਂ
ਕਿ ਲੋਕਾਂ ਨੂੰ ਲੱਗੇ ਕਿ ਵੀ ਅਸੀਂ ਅਸਮਾਨ ਤੇ ਹਾਂ। ਉਹ ਜਿਸ ਫੈਮਿਲੀ 'ਚ ਅਸੀਂ ਗਏ ਉਹ ਕਹਿੰਦਾ ਕਿ ਭਾई साहब आपने इबादत बंद नहीं करनी, क्योंकि जितना मजा हमें अब आ रहा है ना, हमें आज तक जिंदगी में कभी इतना मजा नहीं आया। ਅਸੀਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਦੁਆ 'ਚ ਵੀ ਇੰਨਾ ਮਜ਼ਾ ਆ ਸਕਦਾ। ਜਦੋਂ ਖੁਦਾ ਆਂਦਾ ਤੇ ਫਿਰ ਉਹ ਆਪਣਾ ਆਪ ਦਿਖਾਉਂਦਾ। ਪਰ ਉਹ ਗੀਤ ਤੇ ਗੀਤ ਅਸੀਂ ਗਾਏ ਜਾ ਰਹੇ, ਸਾਡੇ 'ਚ ਕੋਈ ਥੱਕ ਵੀ ਨਹੀਂ ਰਿਹਾ, ਸਾਡੇ 'ਚ ਕੋਈ ਬੋਰ ਵੀ ਨਹੀਂ ਹੋ ਰਿਹਾ, ਕੋਈ ਆਵਾਜ਼ਾਰ ਵੀ ਨਹੀਂ ਹੋ ਰਿਹਾ, ਕੋਈ ਵਾਸ਼ਰੂਮ ਵੀ ਨਹੀਂ ਜਾ ਰਿਹਾ, ਕੋਈ ਇੱਧਰ ਉੱਧਰ ਵੀ ਨਹੀਂ ਦੇਖ ਰਿਹਾ, ਕਿਸੇ ਦਾ ਫੋਨ ਵੀ ਨਹੀਂ ਆ ਰਿਹਾ। ਔਰ ਸਾਰੇ ਲੋਕ ਬੜੇ ਧਿਆਨ ਦੇ ਨਾਲ ਵਰਸ਼ਿਪ ਕਰ ਰਹੇ ਨੇ, ਗੀਤ ਗਾ ਰਹੇ ਨੇ, ਤਾਲੀਆਂ ਵਜਾ ਰਹੇ ਨੇ। ਅਸਮਾਨ ਦੇ ਉੱਤੇ ਜਦੋਂ ਖੁਦਾਵੰਦ ਸਾਡੇ ਸਾਹਮਣੇ ਹੋਏਗਾ ਤੇ ਕਿਹੜੇ ਬੰਦੇ ਕੋਲ ਰਿਹਾ ਜਾਣਾ ਨਾਰੇ ਮਾਰੇ ਬਗੈਰ? ਕਿਹੜਾ ਹੋਏਗਾ ਜਿਹੜਾ ਗੀਤ ਨਹੀਂ ਗਾਏਗਾ ਉੱਥੇ? ਉਹ ਤੇ ਖੁਸ਼ੀ ਇੱਕ ਅਜੀਬ ਖੁਸ਼ੀ ਹੈ ਜਿਹੜੀ ਅਸਮਾਨ ਤੇ ਸਾਨੂੰ ਮਿਲਣੀ। ਤੇ ਜਦੋਂ ਅਸੀਂ ਖੁਦਾਵੰਦ ਵੱਲ ਰੁਜੂ ਲਿਆਉਂਦੇ ਹਾਂ ਤੇ ਸਾਨੂੰ ਖੁਦਾ ਵੱਲੋਂ ਉਹ ਖੁਸ਼ੀ ਮਿਲਦੀ ਹੈ ਜਿਹੜੀ ਦੁਨੀਆ ਸਾਨੂੰ ਨਹੀਂ ਦੇ ਸਕਦੀ। ਯਿਸੂ ਮਸੀਹ ਨੇ ਫਰਮਾਇਆ ਮੈਂ ਆਪਣਾ ਇਤਮੀਨਾਨ ਤੁਹਾਨੂੰ ਦੇਣਾ, ਉਹ ਇਤਮੀਨਾਨ ਨਹੀਂ ਜਿਹੜਾ ਦੁਨੀਆ ਦਿੰਦੀ ਹੈ। ਮੇਰਾ ਇਤਮੀਨਾਨ ਫਰਕ ਹੈ। ਦੁਨੀਆਦਾਰੀ ਦੇ ਵਿੱਚ ਤੇ ਸਾਡੇ ਕੋਲ ਕੁਝ ਹੋਏ ਤੇ ਅਸੀਂ ਕਹਿੰਦੇ ਹਾਂ ਕਿ ਯਾਰ ਅਸੀਂ ਠੀਕ ਹਾਂ, ਲੇਕਿਨ ਜਦੋਂ ਅਸੀਂ ਖੁਦਾਵੰਦ 'ਚ ਹੁੰਦੇ ਹਾਂ ਭਾਵੇਂ ਖਾਲੀ ਜੇਬ ਵੀ ਹੋਈਏ ਅਸੀਂ ਖੁਦਾ ਦਾ ਸ਼ੁਕਰ ਕਰਨਾ। ਮੈਂ ਆਖਰੀ ਗੱਲ ਕਰਨਾ, ਅਸੀਂ ਪਿੰਡ 'ਚ ਗਏ, ਮੈਂ ਪਹਿਲੇ ਵੀ ਇਹ ਗੱਲ ਦੱਸੀ, ਅਸੀਂ ਚੌਧਰੀ ਸਾਹਿਬ ਦੇ ਘਰ ਗਏ, ਸਾਨੂੰ ਪਾਦੀ ਸਾਹਿਬ ਲੈ ਕੇ ਗਏ। ਚੌਧਰੀ ਸਾਹਿਬ ਬੜੇ ਮਾਲਦਾਰ ਸਨ, ਗੱਡੀਆਂ ਵੀ ਉਹਨਾਂ ਦੇ ਗਰਾਜ 'ਚ ਖੜੀਆਂ ਸਨ ਔਰ ਵੱਡੀ ਹਵੇਲੀ ਸੀ ਉਹਨਾਂ ਦੀ। ਤੇ ਉਹ ਕਹਿੰਦਾ ਜੀ ਆਓ ਜੀ ਜ਼ਰਾ, ਚੌਧਰੀ ਸਾਹਿਬ ਬੜਾ ਖਾਦਮਾਂ ਦਾ ਖਿਆਲ ਕਰਦੇ ਨੇ, ਬੜੀ ਖਾਦਮਾਂ ਨਾਲ ਮੁਹੱਬਤ ਕਰਦੇ ਨੇ, ਆਓ ਜੀ ਜ਼ਰਾ ਬਜ਼ੁਰਗ ਨੇ ਉਹਨਾਂ ਘਰ ਦੁਆ ਕਰ ਆਈ। ਅਸੀਂ ਚਲੇ ਗਏ। ਉਹਨਾਂ ਨੇ ਆਪਣੇ ਕਾਮੇ ਨੂੰ ਆਵਾਜ਼ ਮਾਰੀ, ਓਏ ਪੁੱਤਰ ਚਾਵਾਂ ਲਿਆ 4। ਖੁਦਾ ਦੇ ਖਾਦਮ ਆਏ ਨੇ। ਉਹ ਬਿਸਕਿਟ ਲੈ ਕੇ ਆਇਆ, ਨਿੰਮਕੋ ਲੈ ਕੇ ਆਇਆ, ਕੇਕ ਲੈ ਕੇ ਆਇਆ, ਨਾਲ ਚਾਹ ਲੈ ਕੇ ਆਇਆ ਟਰੇ 'ਚ, ਬੜੀ ਵੱਡੇ ਟੇਬਲ ਦੇ ਉੱਤੇ ਉਹਨਾਂ ਨੇ ਸਾਨੂੰ ਬਾਇਆ। ਹੁਣ ਆਵਾਜ਼ਾਂ ਮਾਰਿਆ, ਆ ਜਾਓ ਬਈ ਖੁਦਾ ਦੇ ਖਾਦਮ ਆ। ਕੋਈ ਬੰਦਾ ਨਿਕਲਿਆ ਹੀ ਨਹੀਂ। ਮਤਲਬ ਉਹਦੇ ਬੱਚੇ, ਉਹਨਾਂ ਦੀ ਕੋਈ ਫੈਮਿਲੀ ਦੇ ਲੋਕ, ਉਹਨਾਂ ਨੂੰ ਕੋਈ ਇੰਟਰਸਟ ਹੀ ਨਹੀਂ ਸੀ ਹੈਗਾ ਕਿ ਵੀ ਦੁਆ ਕਰੀਏ। ਉਹ ਇੰਝ ਸਨ ਜਿਵੇਂ ਇੱਥੇ ਹੈ ਹੀ ਨਹੀਂ, ਪਤਾ ਨਹੀਂ ਹੈ ਵੀ ਸਨ ਕਿ ਨਹੀਂ ਸਨ, ਕਿਸੇ ਨੇ ਨਹੀਂ ਸੁਣੀ। ਉਹ ਅਸੀਂ ਬਾਬਾ ਜੀ ਦੇ ਨਾਲ ਹੀ ਦੁਆ ਕੀਤੀ। ਅਸੀਂ ਬਾਹਰ ਆ ਗਏ ਚਾਹ ਚੂ ਪੀ ਕੇ, ਕੇਕ ਖਾ ਕੇ। ਉਹਦੇ ਬਾਅਦ ਭਾਈ ਸਾਹਿਬ ਸਾਨੂੰ ਇੱਕ ਹੋਰ ਘਰ ਲੈ ਕੇ ਗਏ। ਉਹ ਘਰ ਦਾ ਬੂਹਾ ਕੋਈ ਨਹੀਂ ਸੀ ਹੈਗਾ, ਉੱਥੇ ਪਰਦਾ ਬੰਨਿਆ ਹੋਇਆ ਸੀ। ਉਹਨਾਂ ਨੇ ਆਵਾਜ਼ ਮਾਰੀ ਇਹਨੂੰ, ਉਹਨੇ ਕਿਹਾ ਓਏ ਪੁੱਤਰ ਘਰ ਹੀ ਹੈ? ਉਹਨੇ ਕਿਹਾ ਅਸਲਾਮ ਭਾਈ ਸਾਹਿਬ। ਕਹਿੰਦਾ ਯਾਰ ਲਾਹੌਰੋਂ ਖੁਦਾ ਦੇ ਖਾਦਮ ਆਏ ਨੇ। ਉਹ ਭੱਜਿਆ ਬਾਹਰ ਆਇਆ ਹੱਥ ਜੋੜ ਕੇ, ਕਹਿੰਦਾ ਜੀ ਧੰਨ ਭਾਗ ਮੇਰੇ, ਖੁਦਾ ਦੇ ਲੋਕ ਆਏ ਨੇ, ਆ ਜਾਓ ਭਾਈ ਸਾਹਿਬ। ਅੱਛਾ, ਉਹਨਾਂ ਨੇ ਸਾਡੇ ਜਾਣ ਤੋਂ ਪਹਿਲੇ ਨਾ ਚਾਦਰ ਵਿਛਾਈ ਥੱਲੇ, ਮੋਟੇ ਮੋਟੇ ਪਿਆਜ਼ ਕੱਟੇ ਹੋਏ, ਹੋਰ ਤੇ ਲੀਮੂ ਨਿਚੋੜਿਆ, ਹਰੀਆਂ ਮਿਰਚਾਂ ਵਿੱਚ ਤੇ ਟਮਾਟਰ ਮੋਟੇ ਮੋਟੇ ਉਹਨਾਂ ਨੇ ਨਾ ਐਡੇ ਵੱਡੇ ਬੌਲ ਦੇ ਵਿੱਚ ਕੱਟ ਕੇ ਪਾਏ, ਤੇ ਨਾਲ ਉਹਨਾਂ ਨੇ ਤੰਦੂਰ ਦੀਆਂ ਰੋਟੀਆਂ ਲਾਈਆਂ। ਕਹਿੰਦਾ ਲੋ ਜੀ ਅਸੀਂ ਕਹਿ ਹੀ ਰਹੇ ਸਾਂ ਕਿ ਕੋਈ ਖੁਦਾ ਦਾ ਬੰਦਾ ਆ ਜਾਏ ਤੇ ਅਸੀਂ ਮਿਲ ਕੇ ਰੋਟੀ ਖਾਈਏ। ਟਮਾਟਰ ਪਿਆਜ਼ਾਂ ਦੇ ਨਾਲ ਅਸੀਂ ਉੱਥੇ ਰੋਟੀ ਖਾਧੀ, ਉਹਨਾਂ ਦੇ ਨਾਲ ਇੱਕ ਰੋਟੀ, ਤੇ ਸਾਨੂੰ ਇੱਕ ਅਜੀਬ ਕਿਸਮ ਦਾ ਸਵਾਦ ਆਇਆ। ਉਹ ਸਾਰੀ ਫੈਮਿਲੀ ਦੁਆਗੋ ਸੀ। ਉਹਨਾਂ ਕੋਲ ਕੀ ਸੀ? ਗੱਡੀਆਂ ਸਨ, ਬੰਗਲਾ ਸੀ, ਲੇਕਿਨ ਏਕਾ ਕੋਈ ਨਹੀਂ ਸੀ। ਉਹ ਆਪਣੇ ਬਜ਼ੁਰਗ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ। ਇਹਨਾਂ ਕੋਲ ਨਾ ਗੱਡੀ ਸੀ, ਘਰ ਦਾ ਬੂਹਾ ਵੀ ਨਹੀਂ ਸੀ, ਨਾ ਸਾਲਨ ਸੀ। ਪਿਆਜ਼ ਟਮਾਟਰ ਜਿਹੜੇ ਉਹਨਾਂ ਨੇ ਖੁਦ ਬੀਜੇ ਹੋਏ ਸਨ, ਤੇ ਉਹ ਕਿਤੇ ਬੋਰੀਆਂ ਦੇ ਵਿੱਚੋਂ ਕੱਢ ਕੇ 2 ਪਿਆਜ਼ ਉਹਨੇ ਕੱਟ ਲਏ ਮੋਟੇ ਮੋਟੇ। ਬੱਚੇ ਵੀ ਬੜੇ ਮਜ਼ੇ ਨਾਲ ਖਾ ਰਹੇ ਨੇ, ਆਪ ਵੀ ਖਾ ਰਹੇ ਨੇ, ਔਰ ਉਹ ਖਾ ਕੇ ਖੁਸ਼ ਹੋ ਰਹੇ ਨੇ ਕਿ ਖੁਦਾ ਦੀ ਨਿਮਤ ਜਿਹੜੀ ਅਸੀਂ ਖਾਣ ਦੇ। ਤੇ ਜਿਹੜਾ ਖੁਦਾਵੰਦ ਵੱਲ ਰੁਜੂ ਲੈ ਆਇਆ, ਉਹਨੂੰ ਖੁਦਾ ਦੀ ਹਰ ਇੱਕ ਨਿਮਤ ਬੜੀ ਚੰਗੀ ਲੱਗਦੀ ਹੈ। ਸ਼ੁਕਰ ਕਰਦਾ, ਖੁਦਾਵੰਦ ਤੇਰਾ ਸ਼ੁਕਰ ਹੈ ਅੱਜ ਮੇਰੀ ਭੈਣ ਮੇਰੇ ਘਰ ਆਈ। ਖੁਦਾਵੰਦ ਤੇਰਾ ਸ਼ੁਕਰ ਹੈ ਅੱਜ ਮੇਰਾ ਭਰਾ ਮੇਰੇ ਘਰ ਹੈ। ਖੁਦਾਵੰਦ ਤੇਰਾ ਸ਼ੁਕਰ ਹੈ ਅਸੀਂ ਆਪਣੀ ਭੈਣ ਨਾਲ ਚੱਲੇ ਹਾਂ। ਖੁਦਾਵੰਦ ਅੱਜ ਤੇਰਾ ਸ਼ੁਕਰ ਹੈ ਸਾਡਾ ਚਾਚਾ ਆਇਆ। ਤੇ ਜਿਹੜਾ ਖੁਦਾਵੰਦ 'ਚ ਨਹੀਂ, ਉਹ ਕਹਿੰਦਾ ਆ ਕਿੱਧਰੋਂ ਟਪਕ ਪਿਆ, ਇਹਨੂੰ ਅੱਜ ਕੀ ਸੁੱਜੀ ਹੈ, ਕਿੱਧਰ ਰਾਹ ਭੁੱਲ ਗਿਆ। ਠੀਕ ਹੈ, ਦੁਨੀਆਦਾਰੀ ਦੀ ਸੋਚ ਦੇਖੋ ਕੀ ਹੈ, ਤੇ ਖੁਦਾਵੰਦ 'ਚ ਸਾਡੀ ਸੋਚ ਹੀ ਬਦਲ ਜਾਂਦੀ। ਅਸੀਂ ਸੋਚਣਾ ਯਾਰ ਹੈ ਤਾਂ ਸਾਡਾ ਪਿਓ ਤੇ ਮਰ ਗਿਆ, ਇਹ ਸਾਡਾ ਚਾਚਾ, ਸਾਡੇ ਪਿਓ ਦੀ ਜਗ੍ਹਾ ਤੇ ਸੋਚ ਬਦਲ ਜਾਂਦੀ, ਖਿਆਲ ਬਦਲ ਜਾਂਦਾ। ਤੇ ਖੁਦਾਵੰਦ ਨੇ ਕਿਹਾ ਅਗਰ ਤੁਸੀਂ ਮੇਰੇ ਵੱਲ ਰੁਜੂ ਹੋਵੋਗੇ ਤੇ ਮੈਂ ਤੁਹਾਡੇ ਵੱਲ ਰੁਜੂ। ਤੇ ਜਿਹਦੇ ਵੱਲ ਖੁਦਾ ਰੁਜੂ ਹੋ ਜਾਏ, ਹੁਣ ਇਹ ਲੜਕਾ ਸੀ, ਇਹ ਜਿਨ ਗੋਲੀ ਮਾਰ ਰਿਹਾ ਸੀ ਜਿਹੜਾ, ਤੇ ਉਹ ਇਬਤਸਾਮ ਕੇ ਪਤਾ ਨਹੀਂ ਕੀ ਨਾਂ ਸੀ ਉਹ ਲੜਕੇ ਦਾ, ਉਹ ਜਿਹਨੇ ਹੱਥ ਕੀਤਾ ਥੱਲੇ, ਉਹਦਾ ਹੀਰੋ ਬਣ ਗਿਆ। ਉਹ ਅੱਜ ਇਮਰਾਨ ਖਾਨ ਨੂੰ ਮਿਲਿਆ ਹਸਪਤਾਲ 'ਚ, ਪੂਰਾ ਮੀਡੀਆ ਦੁਨੀਆ ਦਾ ਉਹਨੂੰ ਕਵਰੇਜ ਕਰ ਰਿਹਾ। ਇਮਰਾਨ ਖਾਨ ਨੇ ਕਿਹਾ ਵੀ ਮੈਂ ਉਹਨੂੰ ਸ਼ਰਟ ਵੀ ਸਾਈਨ ਕਰਕੇ ਦਿੱਤੀ ਹੈ, ਨਾਲ ਉਹਨੇ ਕਿਹਾ ਵੀ ਮੈਂ ਜਦੋਂ ਵਜ਼ੀਰਾਬਾਦ ਆਵਾਂਗਾ ਮੈਂ ਤੇਰੇ ਘਰ ਆਵਾਂਗਾ, ਮੈਂ ਤੇਰੀ ਫੈਮਿਲੀ ਨੂੰ ਮਿਲਾਂਗਾ, ਸਪੈਸ਼ਲੀ ਤੇਰੀ ਅੰਮੀ ਨੂੰ ਮਿਲਾਂਗਾ। ਮਸ਼ਹੂਰ ਹੋ ਗਿਆ। ਇਮਰਾਨ ਖਾਨ ਕੀ ਇੱਕ ਛੋਟਾ ਜਿਹਾ ਬੰਦਾ, ਤੇ ਖੁਦਾ ਨੂੰ ਤੁਸੀਂ ਕੀ ਸਮਝਦੇ? ਜਿਹਦੇ ਵੱਲ ਖੁਦਾ ਰੁਜੂ ਹੋ ਜਾਏ ਉਹਦੇ ਵੱਲ ਪੂਰੀ ਦੁਨੀਆ ਮੁਤਵੱਜਾ ਹੋ ਜਾਂਦੀ। ਸਾਰੇ ਜਿਹੜੇ ਉਹ ਨੇ ਨਾ ਜ਼ਰਾਏ ਉਹਦੇ ਵੱਲ ਆ ਜਾਂਦੇ। ਇੱਕ ਐਸਾ ਵੀ ਮੈਂ ਨੌਜਵਾਨ ਮੈਨੂੰ ਮਿਲਿਆ, ਕਹਿੰਦਾ ਪਾਦੀ ਸਾਹਿਬ ਤੁਸੀਂ ਬਿਲੀਵ ਕਰੋ, ਮੈਂ ਜਦੋਂ ਤੋਬਾ ਨਹੀਂ ਸੀ ਨਾ ਕੀਤੀ, ਕਹਿੰਦਾ ਮੈਨੂੰ ਨੌਕਰੀ ਨਹੀਂ ਸੀ ਲੱਭਦੀ, ਕਹਿੰਦਾ ਹੁਣ ਮੇਰੇ ਪਿੱਛੇ ਨੌਕਰੀਆਂ ਦੌੜਨ ਰਹੀਆਂ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਹੜੀ ਸਿਲੈਕਟ ਕਰਾਂ। ਬੰਦਾ ਉਹੀ ਹੈ, ਤਾਲੀਮ ਵੀ ਉਹਦੀ ਉਹੀ ਹੈ, ਲੇਕਿਨ ਹਾਲਾਤ ਬਦਲ ਗਏ। ਖੁਦਾਵੰਦ 'ਚ ਆਉਣਾ ਬਹੁਤ ਜ਼ਰੂਰੀ ਹੈ, ਔਰ ਸੱਚਾਈ ਨਾਲ ਖੁਦਾ ਦੇ ਜ਼ੋਰ ਚੱਲਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇਸ ਤਰ੍ਹਾਂ ਚੱਲਦੇ ਹਾਂ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ, ਸਾਡੇ ਹਾਲਾਤ ਬਦਲ ਜਾਂਦੇ। ਅਸੀਂ ਇੱਥੇ ਜਿਹੜੇ ਦੋਵੇਂ ਬੰਦੇ ਬੈਠੇ ਹਾਂ, ਸਾਡੀ ਜ਼ਿੰਦਗੀ ਖੁਦਾਵੰਦ ਤੋਂ ਬਹੁਤ ਦੂਰ ਸੀ, ਅਸੀਂ ਖੁਦਾਵੰਦ ਵੱਲ ਰੁਜੂ ਨਹੀਂ ਸਾਂ ਹੋਏ। ਸਾਡੀ ਜ਼ਿੰਦਗੀ 'ਚ ਬਹੁਤ ਕਠਿਨਾਈਆਂ ਔਰ ਮੁਸ਼ਕਿਲਾਂ ਸਨ। ਮੁਸ਼ਕਿਲਾਂ ਤੇ ਅੱਜ ਵੀ ਨੇ, ਲੇਕਿਨ ਸਾਨੂੰ ਪਤਾ ਕਿ ਹੁਣ ਅਸੀਂ ਇਕੱਲੇ ਨਹੀਂ ਹਾਂ, ਇਹਨਾਂ ਮੁਸ਼ਕਿਲਾਂ ਦੇ ਵਿੱਚ ਖੁਦਾ ਸਾਡੇ ਨਾਲ। ਔਰ ਖੁਦਾਵੰਦ ਨੇ ਸਾਨੂੰ ਆਪਣੇ ਕੋਲ ਬੁਲਾਇਆ, ਖੁਦਾਵੰਦ ਨੇ ਸਾਨੂੰ ਧੋ ਕੇ ਪਾਕ ਔਰ ਸਾਫ਼ ਕੀਤਾ, ਔਰ ਸਾਨੂੰ ਇਹ ਯਕੀਨ ਦਹਾਨੀ ਕਰਾਈ ਕਿ ਵੀ ਤੁਹਾਡੇ ਤੋਂ ਗੁਨਾਹ ਦਾ ਕੋਈ ਇਖਤਿਆਰ ਨਹੀਂ ਹੈਗਾ, ਤੁਸੀਂ ਮੇਰੇ ਫਰਜ਼ੰਦ ਹੋ। ਸਾਡੇ ਅੰਦਰ ਇਹ ਈਮਾਨ ਹੈ, ਤੇ ਇਹ ਈਮਾਨ ਹਰ ਇਮਾਨਦਾਰ ਦੇ ਅੰਦਰ ਹੋਣਾ ਚਾਹੀਦਾ। ਜਿਹੜਾ ਮਸੀਹ ਦਾ ਨਾਂ ਲੈਂਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਵੀ ਖੁਦਾਵੰਦ ਦਾ ਨਾਂ ਮੇਰੇ ਅੰਦਰ ਵਸਦਾ,
ਤੇ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਗੁਨਾਹ ਦਾ ਕੋਈ ਇਖਤਿਆਰ ਨਹੀਂ ਹੈਗਾ। ਇਹ ਕਹਿਣਾ ਕਿਆ ਇਨਸਲਟ ਨਹੀਂ? ਸਪੋਜ਼ ਇੱਕ ਛੋਟੀ ਜੀ ਮਿਸਾਲ ਮੈਂ ਦੇਣਾ, ਮੈਂ ਰਾਸ਼ਦ ਸਾਹਿਬ ਨੂੰ ਲੱਖ ਰੁਪਈਆ ਦੇਣਾ, LLB ਲੈਂਦੇ ਨੇ, ਬਾਹਰ ਜਾ ਕੇ ਸਨੀ ਭਾਈ ਨੂੰ ਕਹਿੰਦੇ ਨੇ ਯਾਰ ਸ਼ਹਜ਼ਾਦ ਭਾਈ ਨੇ ਮੇਰੀ ਗੱਲ ਨਹੀਂ ਸੁਣੀ ਕੋਈ, ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ, ਉਹਨਾਂ ਨੇ ਦਿੱਤਾ ਕੁਝ ਨਹੀਂ। ਇਹ ਕੀ ਝੂਠ ਹੈ? ਝੂਠ ਹੈ ਨਾ ਕਿ ਲੱਖ ਰੁਪਇਆ ਉਹਨਾਂ ਨੇ ਲੈ ਲਿਆ ਲੇਕਿਨ ਇਹ ਮੰਨ ਨਹੀਂ ਰਹੇ ਔਰ ਯਕੀਨ ਵੀ ਨਹੀਂ ਕਰ ਰਹੇ ਔਰ ਲੋਕਾਂ ਨੂੰ ਵੀ ਨਹੀਂ ਦੱਸ ਰਹੇ। ਖੁਦਾਵੰਦ ਨੇ ਸਾਨੂੰ ਨਜਾਤ ਦੇਤੀ ਹੈ, ਅਸੀਂ ਫਿਰ ਗੁਨਾਹਗਾਰ ਕਹੀ ਜਾ ਰਹੇ, ਅਸੀਂ ਝੂਠ ਬੋਲ ਰਹੇ। ਜਾਂ ਤੇ ਅਸੀਂ ਨਜਾਤ ਨਹੀਂ ਪਾਈ, ਤੇ ਜੇ ਅਸੀਂ ਨਜਾਤ ਪਾ ਲਈਏ ਤੇ ਫਿਰ ਅਸੀਂ ਗੁਨਾਹਗਾਰ ਕਿਵੇਂ ਆ? ਯਿਸੂ ਦਾ ਖੂਨ ਵੀ ਜਦ ਮੇਰੇ ਤੇ ਆ ਗਿਆ ਤੇ ਮੈਂ ਫਿਰ ਵੀ ਕਹੀ ਜਾ ਰਿਹਾ ਮੈਂ ਗੁਨਾਹਗਾਰ। ਉਹ ਬਈ ਹੋਰ ਦੁਨੀਆ 'ਚ ਕਿਹੜਾ ਲੀਕ ਵੱਡੇ ਐਸਾ ਜਿਹੜਾ ਯਿਸੂ ਦੇ ਖੂਨ ਤੋਂ ਹਟ ਕੇ ਐਸਾ ਹੈਗਾ ਕਿ ਜਿਹਨੇ ਮੈਨੂੰ ਪਾਕ ਕਰ ਦੇਣਾ? ਦੁਨੀਆ 'ਚ ਕੋਈ ਐਸਾ ਸਾਬਣ ਹੈ ਜਿਹੜਾ ਗੁਨਾਹ ਧੋ ਦਿੰਦਾ? ਦੁਨੀਆ 'ਚ ਕੋਈ ਐਸਾ ਤੁਸੀਂ ਹਸਪੀਟਲ ਦੀ ਡਿਪਾਰਟਮੈਂਟ ਦੇਖਿਆ ਕਿ ਇੱਥੇ ਗੁਨਾਹ ਧੋਏ ਜਾਂਦੇ ਨੇ? ਕਾਰ ਵਾਸ਼ ਤੁਸੀਂ ਦੇਖੀ, ਉੱਥੇ ਜਗ੍ਹਾ ਜਗ੍ਹਾ ਤੇ ਕਾਰ ਵਾਸ਼ਾਂ ਹੋ ਰਹੀ ਹੁੰਦੀ ਕਿ ਆ ਬਈ ਤੈਨੂੰ ਵੀ ਸਾਫ਼ ਕਰੀਏ, ਇਹ ਲਿਕਵਿਡ ਨਾਲ ਗੁਨਾਹ ਧੁਲ ਜਾਂਦੇ। ਕੋਈ ਨਹੀਂ ਇਸ ਤਰ੍ਹਾਂ, ਯਿਸੂ ਦੇ ਖੂਨ ਨਾਲ ਗੁਨਾਹ ਧੁਲਦੇ। ਤੇ ਅਸੀਂ ਕਿਉਂ ਆਪਣੇ ਆਪ ਨੂੰ ਯਿਸੂ ਦੇ ਵੀ ਕਹੀ ਜਾ ਰਹੇ ਹਾਂ ਤੇ ਗੁਨਾਹਗਾਰ ਵੀ ਕਹੀ ਜਾ ਰਹੇ ਹਾਂ? ਕੀ ਅਸੀਂ ਗੜਬੜ ਘੁਟਾਲਾ ਕਰ ਰਹੇ ਹਾਂ? ਅਸੀਂ ਖਿਚੜੀ ਬਣਾ ਰਹੇ ਹਾਂ। ਖਿਚੜੀ ਨਾ ਬਣਾਈਏ, ਅਸੀਂ ਆਪਣੇ ਆਪ ਨੂੰ ਖੁਦਾਵੰਦ 'ਚ ਰੱਖੀਏ ਔਰ ਖੁਦਾਵੰਦ ਵੱਲ ਰੁਜੂ ਲਿਆਈਏ। ਜਦੋਂ ਅਸੀਂ ਖੁਦਾਵੰਦ ਵੱਲ ਰੁਜੂ ਲਿਆਵਾਂਗੇ, ਖੁਦਾਵੰਦ ਰੁਜੂ ਲਿਆਏਗਾ। ਜਦੋਂ ਖੁਦਾ ਸਾਡੇ ਵੱਲ ਰੁਜੂ ਲਿਆਏਗਾ, ਸਾਰੇ ਵਸਾਇਲ ਸਾਡੇ ਵੱਲ ਰੁਜੂ ਕਰਨਗੇ। ਆਮੀਨ। ਇੱਜ਼ਤ ਵੀ ਮਿਲੇਗੀ, ਰੋਟੀ ਵੀ ਮਿਲੇਗੀ, ਪੈਸਾ ਵੀ ਮਿਲੇਗਾ, ਘਰ ਵੀ ਮਿਲੇਗਾ, ਸਭ ਕੁਝ ਮਿਲੇਗਾ। ਅਸੀਂ ਆਪਣੇ ਬੱਚਿਆਂ ਲਈ ਕੀ ਬੁਰਾ ਸੋਚਨੇ ਆ ਕਿ ਕਿਰਾਏ ਦੇ ਘਰਾਂ 'ਚ ਹੀ ਰਹਿਣ? ਬਤੌਰ ਮਾਂ ਬਾਪ ਮੈਂ ਸਮਝਣਾ ਸਨੀ ਭਾਈ ਸੋਚਣਗੇ, ਮੈਂ ਵੀ ਇਹ ਸੋਚਣਾ। ਐਸੇ ਲਈ ਮੈਂ ਕਹਿ ਰਿਹਾ ਕਿ ਯਾਰ ਮੈਂ ਤੇ ਸਾਰੀ ਉਮਰ ਕਿਰਾਏ ਦੇ ਘਰ 'ਚ ਕੱਢੀ, ਮੇਰੇ ਪੁੱਤਰ ਲਈ ਕਮ ਸੇ ਕਮ ਆਪਣਾ ਘਰ ਹੋਏ। ਇਹ ਵੀ ਆਪਣੇ ਬੱਚਿਆਂ ਲਈ ਸੋਚਦੇ ਨੇ, ਹਰ ਮਾਂ ਪਿਓ ਸੋਚਦਾ। ਯਾਰ ਮੈਂ ਪੜ੍ਹਿਆ ਲਿਖਿਆ ਨਹੀਂ ਆ, ਬਹੁਤ ਸੇ ਲੋਕ ਕਹਿੰਦੇ ਨੇ, ਤੁਸੀਂ ਸੁਣਿਆ ਹੋਣਾ, ਉਹ ਯਾਰ ਮੈਂ ਤੇ ਤਾਲੀਮ ਹਾਸਿਲ ਨਹੀਂ ਕੀਤੀ, ਮੇਰਾ ਬੱਚਾ ਤਾਲੀਮ ਹਾਸਿਲ ਕਰੇ, ਮੇਰੀ ਇਹ ਖਾਹਿਸ਼ ਹੈ। ਉਹ ਵਿਚਾਰਾ ਐਕਸਟਰਾ ਕੰਮ ਕਰ ਰਿਹਾ ਹੁੰਦਾ, ਓਵਰ ਟਾਈਮ ਲਾ ਰਿਹਾ ਹੁੰਦਾ ਕਿ ਮੇਰਾ ਬੱਚਾ ਅੱਛੇ ਸਕੂਲ 'ਚ ਪੜ੍ਹ ਜਾਵੇ। ਖੁਦਾ ਦੀ ਸਾਡੇ ਲਈ ਬਹੁਤ ਖਵਾਹਿਸ਼ਾਤ ਨੇ, ਖੁਦਾ ਸਾਡੀ ਜ਼ਿੰਦਗੀ 'ਚ ਬਹੁਤ ਕੁਝ ਕਰਨਾ ਚਾਹੁੰਦਾ, ਲੇਕਿਨ ਸ਼ਰਤ ਹੈ ਕਿ ਅਸੀਂ ਉਹਦੇ ਵੱਲ ਰੁਜੂ ਲਿਆਈਏ। ਆਓ ਅਸੀਂ ਆਪਣੀਆਂ ਅੱਖਾਂ ਬੰਦ ਕਰੀਏ।